ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈਤ ਸਰੀ ਮਹੱਲਾ ਪੰਜਵਾ। ਕੋਈ ਜਨ ਹਰਿ ਸਿਉ ਦੇਵੈ ਜੋਰਾ ਚਾਰਨ ਗਹੁ ਵਗੁ ਸੁਭ ਰਸਨਾ ਦੀਜਹ ਪ੍ਰਾਨ ਅਕੂਰਾ। ਕੋਈ ਜਨ ਹਰਿ ਸਿਉ ਦੇਵੈ ਜੋਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਯਾਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਿਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ। ਜੈਤ ਸਰੀ ਮਹੱਲਾ ਪੰਜਵਾ। ਜੈਤ ਸ੍ਰੀ ਰਾਗ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੋਮੇ ਗੁਰਬਾਣੀ ਦੀ ਰਚਨਾਹਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਇਸ ਪਾਵਨ ਸ਼ਬਦ ਵਿੱਚ ਜਗਿਆਸੂ ਦੀ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰਨ ਦੀ ਤੜਪ ਹੈ। ਜਗਿਆਸੂ ਮੁਖ ਦੁਆਰਾ ਉਚਾਰਨ ਕਰਦੇ ਨੇ। ਕੋਈ ਜਨ ਹਰਿ ਸਿਉ ਦੇਵੈ ਜੋਰਾ। ਕੋਈ ਪਰਮੇਸ਼ਰ ਦੇ ਨਾਲ ਆਪ ਜੁੜਿਆ ਹੋਇਆ ਗੁਰਮੁਖ ਜਨ ਪ੍ਰੇਮੀ ਹੋਵੇ ਜੋ ਮੈਨੂੰ ਜਾਂ ਸਾਡੀ ਬਿਰਤੀ ਹਰੀ ਪਰਮੇਸ਼ਰ ਦੇ ਨਾਲ ਜੋੜ ਦੇਵੇ। ਜੇ ਕੋਈ ਐਸਾ ਜਨ ਮਿਲ ਜਾਵੇ ਤਾਂ ਹੇ ਗੁਰਮੁਖੋ ਭੇਟਾ ਕੀ ਦੇਵੋਗੇ ਤਾਂ ਬੇਨਤੀ ਕਰਦੇ ਹਨ। ਚਾਰਨ ਗਹੁ ਵਗੁ ਸੁਭ ਰਸਨਾ ਦੀਜਹ ਪ੍ਰਾਨ ਅਕੂਰਾ। ਮੈਂ
ਉਸ ਗੁਰਮੁਖ ਜਨ ਪ੍ਰੇਮੀ ਦੇ ਚਰਨ ਨਿਮਰਤਾ ਦੇ ਨਾਲ ਗਹੁ ਪਕੜਾਂਗਾ। ਹਰ ਰਸਨਾ ਨੂੰ ਪ੍ਰੇਮ ਰਸ ਵਿੱਚ ਰਸਾ ਕੇ ਸ੍ਰੇਸ਼ਟ ਬਚਨ ਉਸ ਪਰਮੇਸ਼ਰ ਦੇ ਸੇਵਕ ਗੁਰਮੁਖ ਜਨ ਦੇ ਸਤਿਕਾਰ ਦੇ ਵਿੱਚ ਬੋਲਾਂਗਾ ਅਤੇ ਆਪਣੇ ਪ੍ਰਾਣਾਂ ਦੀ ਉਸ ਨੂੰ ਭੇਟਾ ਦੇਣੀ ਕਰਾਂਗਾ। ਜਾਂ ਐਸੇ ਗੁਰਮੁਖ ਜਨ ਪ੍ਰੇਮੀ ਦੇ ਚਰਨਾਂ ਦੀ ਮੁੱਠੀ ਚਾਪੀ ਕਰਾਂਗਾ। ਰਸਨਾ ਦੇ ਨਾਲ ਸ੍ਰੇਸ਼ਟ ਜਸ ਦੇ ਬਚਨ ਬੋਲਾਂਗਾ ਅਤੇ ਆਪਣੇ ਸਰੀਰ ਦੇ ਵਿੱਚੋਂ ਪ੍ਰਾਣ ਕੱਢ ਕੇ ਪੰਜ ਪਿਆਰਿਆਂ ਦੀ ਤਰ੍ਹਾਂ, ਜਿਵੇਂ ਪੰਜਾਂ ਪਿਆਰਿਆਂ ਨੇ ਵਾਰੀ-ਵਾਰੀ ਪਿਆਰੇ ਦਇਆ ਸਿੰਘ ਜੀ ਨੇ, ਪਿਆਰੇ ਧਰਮ ਸਿੰਘ, ਪਿਆਰੇ ਹਿੰਮਤ ਸਿੰਘ, ਪਿਆਰੇ ਮੁਕਮ ਸਿੰਘ, ਹਰ ਪਿਆਰੇ ਸਾਹਿਬ ਸਿੰਘ, ਪੰਜ ਪਿਆਰੇ ਸਾਹਿਬਾਨਾਂ ਨੇ ਆਪਣੇ ਪ੍ਰਾਣ ਕਲਗੀਧਰ ਮਹਾਰਾਜ ਦੇ ਚਰਨਾਂ ਦੇ ਨਿਸ਼ਾਵਰ ਕਰ ਦਿੱਤੇ। ਤਾਂ ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਉਹਨਾਂ ਦੇ ਸੀਸ ਦੀ ਭੇਟਾ ਲੈ ਕੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਇੰਜ ਇਹ ਮਹਾਰਾਜ, ਮੈਂ ਆਪਣੇ ਪ੍ਰਾਣ ਭੇਟਾ ਕਰਕੇ ਮੱਥਾ ਟੇਕਾਂਗਾ। ਇਉਂ ਜਦ ਜਗਿਆਸੂ ਨੇ ਪ੍ਰਾਣਾਂ ਦੀ ਭੇਟਾ ਦੇਣ ਦੀ ਗੱਲ ਕਹੀ ਤਾਂ ਅੱਗੋਂ ਗੁਰੂ ਸਰੂਪ ਹੋ ਕੇ ਖੇਤੀ ਦੇ ਅਲੰਕਾਰ ਦੁਆਰਾ ਫਰਮਾਨ ਕਰਦੇ ਹਨ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਮਨ ਤਨ ਨਿਰਮਲ ਕਰਤ ਕੀਆਂ ਰੂ। ਇਹ ਭਾਈ ਮਨ ਹਿਰਦੇ ਨੂੰ ਨਿਰਮਲ, ਵਿਕਾਰਾਂ ਦੀ ਮਲ ਮੈਲ ਤੋਂ ਨਿਰਰਹਿਤ, ਤਨ ਅਸਤੂਲ ਸਰੀਰ ਨੂੰ ਕੋਈ ਸੰਗਤ ਦੀ ਮੈਲ ਤੋਂ ਰਹਿਤ ਕਰਨ ਵਾਲਾ, ਕਿਆਰੋ ਕਿਆਰਾ ਬਣਾਉਣਾ ਕਰ। ਖੇਤ ਦੇ ਵਿੱਚ ਵੱਟ ਪਾ ਕੇ ਜਲ ਠਹਿਰਨ ਲਈ ਬਣਾਇਆ ਹੋਇਆ ਬਲਗਣ, ਉਹਨੂੰ ਕਿਆਰਾ ਕਹਿੰਦੇ ਨੇ। ਹਰ ਸਿੰਚੈ ਸੁਧਾ ਸੰਜੂਰ, ਹਰ ਸਤ ਸੰਤੋਖ ਰੂਪ ਬਲਦ, ਸੰਗ ਭਲੀ ਪ੍ਰਕਾਰ ਜੋੜਨਾ ਕਰ। ਯਾ ਰਸ ਮਹਿ ਮਗਨ ਹੋਤ ਕਿਰਪਾ ਤੇ। ਸੋ ਸਤ ਸੰਗਤ ਰੂਪ ਖੂਹ ਦੇ ਵਿੱਚੋਂ ਪ੍ਰੀਤੀ ਰੂਪ ਹਲਟ ਅਤੇ ਕਰੁਣਾ ਮੁਦਤਾ ਮੈਤਰੀ ਜਾਂ ਸ਼੍ਰਵਣ ਮੰਨਨ ਨਿਧਿਆਸਨ ਦੁਆਰਾ ਪਰਮੇਸ਼ਰ ਦਾ ਨਾਮ ਰੂਪ ਸੁਧਾ ਅੰਮ੍ਰਿਤ ਜਲ ਕੱਢ ਕੇ ਬੁੱਧੀ ਰੂਪ ਧਰਤੀ ਨੂੰ ਸਿੰਜਣਾ ਕਰ। ਜਾਂ ਤਨ ਅਸਤੂਲ ਸਰੀਰ ਨੂੰ ਵਿਸ਼ਿਆਂ ਦੀ ਮੈਲ ਤੋਂ ਰਹਿਤ ਕਰਨ ਰੂਪ ਸੋਹਣਾ ਕਿਆਰਾ ਬਣਾ ਕੇ ਅਤੇ ਸ਼੍ਰਵਣ ਮੰਨਨ ਨਿਧਿਆਸਨ ਦੁਆਰਾ ਮਨ ਰੂਪ ਵੈਲ ਨੂੰ ਸੰਗ ਭਲੀ ਪ੍ਰਕਾਰ ਜੋੜ ਕੇ ਪਰਮੇਸ਼ਰ ਦੇ ਨਾਮ ਅੰਮ੍ਰਿਤ ਜਲ ਦੇ ਨਾਲ ਸਿੰਚੈ ਸਿੰਜਣਾ ਕਰ। ਫਿਰ ਉਸ ਪਰਮੇਸ਼ਰ ਨਾਲ ਤੇਰਾ ਜੁੜਨਾ ਹੋਵੇਗਾ। ਮਹਾ ਵਿਖਿਆ ਤੇ ਤੋਰਾ, ਇਹ ਰਸ ਮਹਿ ਮਗਨ ਹੋਤ ਕਿਰਪਾ ਤੇ। ਇਸ ਆਤਮਿਕ ਰਸ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਕਰਨ ਤੋਂ ਹੀ ਮਸਤ ਹੋਇਆ ਜਾਂਦਾ ਹੈ। ਪਰੰਤੂ ਪਹਿਲਾਂ ਤੋਂ ਜਗਿਆਸੂ ਮਹਾ ਵੱਡੇ ਕਾਮ ਕ੍ਰੋਧ ਆਦਿਕ ਵਿਸ਼ਿਆਂ ਤੋਂ ਪ੍ਰੀਤੀ ਨੂੰ ਤੋੜਨਾ ਕਰ। ਜਾਂ ਜਨਮਾਂ ਜਨਮਾਤਰਾਂ ਵਿੱਚ ਚੰਬਣ ਵਾਲੀ ਜੋ ਵੱਡੀ ਮਾਇਆ ਹੈ, ਇਹਦੇ ਵੱਲੋਂ ਮਨ ਨੂੰ ਪ੍ਰੇਮ ਰੂਪੀਤੀ ਕਰਨ ਦੇ ਸੋ ਕਰਨ ਤੋਂ ਤੋੜਨਾ ਕਰ। ਆਇਓ ਸਰਣ ਦੀਨ ਦੁਖ ਭੰਜਨ, ਤੇ ਗਰੀਬਾਂ ਦੇ ਦੁੱਖਾਂ ਕਸ਼ਟਾਂ ਨੂੰ ਬੰਨਣ ਵਾਲੇ ਪਰਮੇਸ਼ਰ ਜੀ, ਮੈਂ ਆਪ ਜੀ ਦੀ ਸ਼ਰਨ ਓੜ ਦੇ ਵਿੱਚ ਆਇਆ ਹਾਂ। ਚਿਤਵਾਓ ਤੁਮਾਰੀ ਓਰਾ, ਹਰ ਤੁਹਾਡੀ ਤਰਫ ਦੀ ਚਿਤਵਨੀ ਨਾਲ ਚਿਤਵਦੇ ਰਹਿੰਦੇ ਆ ਕਿ ਕਦੋਂ ਤੁਸੀਂ ਮੇਰੇ ਤੇ ਦਿਆਲੂ ਹੋਵੋਗੇ। ਜਾਂ ਜਿਵੇਂ ਚਕਵੀ ਚਿੱਤ ਦੀ ਚਿਤਵਨੀ ਨਾਲ ਸੂਰਜ ਵੱਲ ਤੱਕਦੀ ਰਹਿੰਦੀ ਹੈ ਕਿ ਕਦੋਂ ਰਾਤ ਦੀ ਸਮਾਪਤੀ ਹੋਵੇ ਅਤੇ ਦਿਨ ਚੜ੍ਹੇ ਤੋਂ ਮੈਂ ਆਪਣੇ ਪਿਆਰੇ ਚਕਵੇ ਨੂੰ ਮਿਲਾਂ
ਇਸੇ ਪ੍ਰਕਾਰ ਮੈਂ ਵੀ ਤੁਹਾਡੀ ਤਰਫ ਚਿੱਤ ਦੀ ਚਿਤਵਨੀ ਨਾਲ ਤੱਕਦਾ ਰਹਿੰਦਾ ਹਾਂ ਕਿ ਕਦੋਂ ਮੇਰੇ ਹਿਰਦੇ ਵਿੱਚੋਂ ਅਵਿਦਿਆ ਰੂਪ ਰਾਤ ਤੋਂ ਗਿਆਨ ਰੂਪ ਦਿਨ ਚੜ੍ਹੇ ਤੇ ਮੈਂ ਆਪ ਜੀ ਨੂੰ ਮਿਲਾਂ। ਅਭੈ ਪਾਦ ਦਾਨ ਸਿਮਰਨ ਸੁਆਮੀ ਕੋ। ਸੋ ਹੇ ਸੁਆਮੀ ਮਾਲਕ ਪਰਮੇਸ਼ਰ ਜੀ, ਆਪ ਜੀ ਦਾ ਸਿਮਰਨ ਭੈ ਤੋਂ ਰਹਿਤ ਪਦਵੀ ਦਾ ਦਾਨ ਦੇਣ ਵਾਲਾ ਹੈ। ਪ੍ਰਭ ਨਾਨਕ ਬੰਧਨ ਛੋਰਾ। ਇਸ ਲਈ ਹੇ ਪ੍ਰਭ ਪਰਮੇਸ਼ਰ ਜੀ, ਆਪਣੇ ਸਿਮਰਨ ਦਾ ਦਾਨ ਦੇ ਕੇ ਮੇਰੇ ਜੰਮਣ ਮਰਨ ਦੇ ਜਿਹੜੇ ਬੰਧਨ ਜੰਜਾਲ ਹਨ ਇਹਨਾਂ ਨੂੰ ਛੱਡ ਦੇਵੋ, ਖੋਲ ਦੇਵੋ। ਇਸੇ ਪ੍ਰਕਾਰ ਅਭੈ ਪਰਦਾਨ ਸਿਮਰਨ ਸੁਆਮੀ ਕੋ। ਜੇ ਦੁਬਾਰਾ ਫਿਰ ਪੁੱਛਣ ਕਿ ਹੋਰ ਕੀ ਚਾਹੁੰਦੇ ਹੋ ਤਾਂ ਦੂਸਰਾ ਇਹ ਮੰਗੋ ਕਿ ਸਿਮਰਨ ਸੁਆਮੀ ਕੋ। हे ਪਰਮੇਸ਼ਰ ਜੀ, ਆਪ ਜੀ ਐਸੀ ਕਿਰਪਾ ਕਰੋ ਕਿ ਮੈਂ ਹੋਰ ਵਕਤ ਆਪ ਜੀ ਦਾ ਸਿਮਰਨ ਹੀ ਕਰਦਾ ਰਹਾ। ਜੇ ਫਿਰ ਪੁੱਛਣ ਹੋਰ ਕੀ ਚਾਹੁੰਦੇ ਹੋ ਤਾਂ ਤੀਸਰਾ ਇਹ ਮੰਗਣਾ ਕਰੋ। ਪ੍ਰਭ ਨਾਨਕ ਬੰਧਨ ਛੋਰਾ। ਹੇ ਪਰਮੇਸ਼ਰ ਜੀ, ਮੈਨੂੰ ਕਰਤਾ ਭੋਗਤਾ ਹੰਗਤਾ ਮਮਤਾ ਆਦਿਕ ਸਾਰੇ ਬੰਧਨਾਂ ਤੋਂ ਛੁਡਾ ਦਿਓ ਜੀ। ਜਾਤ ਸਾਰੀ ਮਹੱਲਾ ਪੰਜਵਾ। ਜੈਸਰੀ ਰਾਗਣੀ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਪਾਵਨ ਸ਼ਬਦ ਉਚਾਰਨ ਕਰਦਿਆਂ ਸੱਚੀ ਪ੍ਰੀਤੀ ਦਾ ਨਿਰੂਪਣ ਤਿੰਨ ਦ੍ਰਿਸ਼ਟਾਂਤ ਦੇ ਕੇ ਕਰਦੇ ਹਨ। ਚਾਤ੍ਰਿਕ ਚਿਤਵਤਾ ਵਰਸਤ ਮੇਹਾ। ਜਿਵੇਂ ਚਾਤ੍ਰਿਕ ਪਪੀਹਾ ਹੈ ਚਿਤ ਵਿੱਚ ਚਿਤਵਨੀ ਕਰਦਾ ਰਹਿੰਦਾ ਹੈ ਕਿ ਕਦੋਂ ਬਦਲਾਂ ਦੇ ਵਿੱਚੋਂ ਮੀਂਹ ਵਰਸੇ ਤੇ ਮੈਨੂੰ ਵਰਖਾ ਦੇ ਵਿੱਚੋਂ ਪਿਆਸ ਦੂਰ ਕਰਨ ਲਈ ਸੁਆਂਦੀ ਬੂੰਦ ਪ੍ਰਾਪਤ ਹੋਵੇ। ਇਸੇ ਪ੍ਰਕਾਰ ਮੇਰਾ ਜਗਿਆਸੂ ਰੂਪ ਬਬੀਏ ਦਾ ਚਿੱਤ ਹਰ ਵਕਤ ਚਿਤਵਨੀ ਕਰਦਾ ਰਹਿੰਦਾ ਹੈ ਕਿ ਕਦੋਂ ਮੈਨੂੰ ਗੁਰੂ ਰੂਪੀ ਬਦਲ ਦੇ ਵਿੱਚੋਂ ਉਪਦੇਸ਼ ਨਾਮ ਰੂਪ ਵਰਖਾ ਬਰਸੇ ਅਤੇ ਦਰਸ਼ਨ ਰੂਪ ਪਿਆਸ ਨੂੰ ਦੂਰ ਕਰਨ ਲਈ ਸ਼ਾਂਤੀ ਰੂਪ ਸੁਆਂਦੀ ਬੂੰਦ ਪ੍ਰਾਪਤ ਹੋਵੇ। ਕਿਰਪਾ ਸਿੰਧ ਕਰੁਣਾ ਪ੍ਰਭ ਤਾਰਹੁ। ਇਹ ਕਿਰਪਾ ਦਇਆ ਦੇ ਸਮੁੰਦਰ। ਸੋ हे ਪ੍ਰਭ ਪਰਮੇਸ਼ਰ ਵਾਹਿਗੁਰੂ ਜੀ, ਆਪ ਮੇਰੇ ਤੇ ਕਰੁਣਾ ਕਿਰਪਾ ਦ੍ਰਿਸ਼ਟੀ ਧਾਰਨ ਕਰੋ। ਹਰ ਪ੍ਰੇਮ ਭਗਤ ਕੋ ਨੇਹਾ। ਮੈਨੂੰ ਆਪਣੀ ਪ੍ਰੇਮਾ ਭਗਤੀ ਦਾ ਨੇਹ ਪ੍ਰੇਮ ਬਖਸ਼ਣਾ ਕਰੋ ਜੀ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਆਨਕ ਸੁਖ ਚਕਵੇ ਨਹੀਂ ਚਾਹਤ। ਜਿਵੇਂ ਚੱਕਵੀ ਹੋਰ ਅਨੇਕ ਤਰ੍ਹਾਂ ਦੇ ਸੰਸਾਰਿਕ ਸੁਖ ਨਹੀਂ ਚਾਹੁੰਦੇ, ਪਰ ਆਨੰਦ ਪੂਰਨ ਪੇਖ ਦੇਹਾ। ਸੂਰਜ ਦੀ ਦੇਹ ਨੂੰ ਵੇਖ ਕੇ ਜਾਂ ਸੂਰਜ ਚੜ੍ਹੇ ਤੋਂ ਚੱਕਵੇ ਦੀ ਦੇਹ ਨੂੰ ਵੇਖ ਕੇ ਪੂਰਨ ਆਨੰਦ ਦੇ ਸਹਿਤ ਹੁੰਦੀ ਹੈ। ਇਸੇ ਪ੍ਰਕਾਰ हे ਮਹਾਰਾਜ, ਅਸੀਂ ਜਗਿਆਸੂ ਜਨ ਸੰਸਾਰ ਦੇ ਹੋਰ ਅਨੇਕਾਂ ਸੁਖ ਨਹੀਂ ਚਾਹੁੰਦੇ, ਪਰ ਬ੍ਰਹਮ ਰੂਪ ਚੱਕਵੇ ਦੀ ਪ੍ਰਾਪਤੀ ਵਾਸਤੇ ਗੁਰੂ ਰੂਪ ਸੂਰਜ ਦੀ ਦੇਹ ਨੂੰ ਵੇਖ ਕੇ ਪੂਰਨ ਆਨੰਦਿਤ ਹੋ ਜਾਂਦੇ ਹਾਂ ਜੀ। ਇਸੇ ਪ੍ਰਕਾਰ ਅਨਕ ਸੁਖ ਚਕਵੀ ਨਹੀਂ ਚਾਹਤ। ਜਿਵੇਂ ਚੱਕਵੀ ਹੋਰ ਅਨੇਕ ਪ੍ਰਕਾਰ ਦੇ ਸੁਖ ਨਹੀਂ ਚਾਹੁੰਦੇ, ਭਾਵੇਂ ਰਾਤ ਨੂੰ ਤਾਰਿਆਂ ਦੀ ਰੋਸ਼ਨੀ, ਚੰਦਰਮਾ ਦੀ ਰੋਸ਼ਨੀ ਜਾਂ ਅਨੇਕ ਦੀਪਮਾਲਾ ਆਦਿ ਦੀ ਰੋਸ਼ਨੀ ਵੀ ਹੋਵੇ, ਉਹ ਪ੍ਰਕਾਸ਼ ਚੱਕਵੀ ਦੇ ਕਿਸੇ ਕੰਮ ਨਹੀਂ ਆਉਂਦੇ, ਕਿਉਂਕਿ ਉਹ ਤਾਂ ਸੂਰਜ ਦੀ ਦੇਹ ਨੂੰ ਜਾਂ ਸੂਰਜ ਚੜ੍ਹੇ ਤੋਂ ਦਿਨ ਨੂੰ ਵੇਖ ਕੇ ਹੀ
ਪੂਰਨ ਆਨੰਦਿਤ ਹੁੰਦੀ ਹੈ, ਕਿਉਂਕਿ ਉਹਨੂੰ ਉਸ ਦਾ ਪਿਆਰਾ ਚਕਵਾਜੂ ਮਿਲ ਜਾਂਦਾ ਹੈ। ਇਸੇ ਪ੍ਰਕਾਰ ਮਹਾਰਾਜ ਫਰਮਾਉਂਦੇ ਨੇ, ਆਨੰਦ ਪੂਰਨ ਪੇਖ ਦੇਹਾ। ਚੱਕਵੀਂ ਦੀ ਤਰ੍ਹਾਂ ਸਾਨੂੰ ਜਗਿਆਸੂ ਜਨਾਂ ਨੂੰ ਅਨੇਕ ਸੰਸਾਰ ਦੇ ਸੁੱਖ ਨਹੀਂ ਚਾਹੀਦੇ। ਭਾਵੇਂ ਅਵਿਦਿਆ ਰੂਪ ਰਾਤ ਵਿੱਚ ਰਿਧੀਆਂ ਸਿੱਧੀਆਂ ਰੂਪ ਤਾਰਿਆਂ ਵਾਂਗ ਚਮਕਦੀਆਂ ਨੇ, ਚੰਦ ਦੀ ਚਾਂਦਨੀ ਵਾਂਗ ਦੁਨੀਆ ਵਿੱਚ ਭਾਵੇਂ ਪ੍ਰਤਾਪ ਹੋਵੇ, ਜਾਂ ਮਾਇਆ ਦਾ ਮੋਹ ਰੂਪ ਚੰਦਰਮਾ ਚੜਿਆ ਹੋਵੇ, ਪਰ ਗੁਰੂ ਰੂਪ ਸਰੂਜ ਚੜੇ ਤੋਂ ਬਿਨਾ ਗਿਆਨ ਰੂਪ ਦਿਨ ਹੋਣ ਕਰਕੇ, ਸੋ ਗੁਰੂ ਰੂਪ ਸੂਰਜ ਚੜੇ ਤੋਂ ਗਿਆਨ ਰੂਪ ਦਿਨ ਹੋਣ ਕਰਕੇ ਮਾਇਆ ਰੂਪ ਚੰਦਰਮਾ ਫਿੱਕਾ ਪੈ ਜਾਂਦਾ ਹੈ। ਰਿਧੀਆਂ ਸਿੱਧੀਆਂ ਰੂਪ ਤਾਰੇ ਵੀ ਛਿਪ ਜਾਂਦੇ ਨੇ, ਅਤੇ ਬ੍ਰਹਮ ਰੂਪ ਚਕਵੇ ਨੂੰ ਮਿਲ ਕੇ ਸਾਨੂੰ ਪੂਰਨ ਆਨੰਦ ਪ੍ਰਾਪਤ ਹੁੰਦਾ ਹੈ। ਆਨੇ ਪਾਵਨ ਜੀਵਤ ਮੀਨਾ। ਜਿਸ ਤਰ੍ਹਾਂ ਹੋਰ ਯਤਨ ਕਰਨ ਨਾਲ ਮੱਛੀ ਜਿਉਂਦੀ ਨਹੀਂ ਰਹਿ ਸਕਦੀ, ਕਿਉਂਕਿ ਪਾਣੀ ਤੋਂ ਬਿਨਾਂ ਤਿਸ ਮੱਛੀ ਦਾ ਬਿਨ ਜਲ ਮਰਨਾ ਤੇਹਾ। ਇਸ ਮੱਛੀ ਦਾ ਪਾਣੀ ਤੋਂ ਬਿਨਾਂ ਮਰਨਾ ਹੁੰਦਾ ਹੈ, ਜਾਂ ਜਲ ਤੋਂ ਬਿਨਾਂ ਪਿਆਸ ਕਰਕੇ ਮੱਛੀ ਦਾ ਮਰਨਾ ਹੁੰਦਾ ਹੈ। ਇਸੇ ਪ੍ਰਕਾਰ ਮੇਰਾ ਜਗਿਆਸੂ ਮੱਛੀ ਦਾ ਮਨ ਪਰਮੇਸ਼ਰ ਦੇ ਪ੍ਰੇਮ ਰੂਪ ਜਲ ਤੋਂ ਬਗੈਰ ਮੇਰੇ ਤਿਸ ਮਨ ਦਾ ਮਰਨਾ ਹੁੰਦਾ ਹੈ, ਜਾਂ ਪ੍ਰੇਮ ਰੂਪ ਜਲ ਤੋਂ ਬਗੈਰ ਦਰਸ਼ਨਾ ਰੂਪ ਪਿਆਸ ਕਰਕੇ ਮੇਰਾ ਜਗਿਆਸੂ ਮੱਛੀ ਦਾ ਮਰਨਾ ਹੁੰਦਾ ਹੈ। ਹਮ ਅਨਾਥ ਨਾਥ ਹਰ ਸਰਣੀ। ਇਹ ਨਾਥ ਸੁਆਮੀ ਪਰਮੇਸ਼ਰ ਜੀ, ਅਸੀਂ ਸਤ ਸੰਤੋਖ ਆਦਿਕ ਗੁਣਾ ਰੂਪ ਮਾਤਾ ਪਿਤਾ ਤੋਂ ਹੀਣੇ ਹੋਣੇ ਕਰਕੇ ਅਨਾਥ ਯਤੀਮ ਆਪ ਜੀ ਦੀ ਸਰਣੀ ਓਟ ਦੇ ਵਿੱਚ ਆਏ ਹਾਂ ਜੀ। ਆਪਣੀ ਕਿਰਪਾ ਕਰੇ ਹਾਂ। ਆਪ ਜੀ ਆਪ ਦੀ ਕਿਰਪਾ ਦ੍ਰਿਸ਼ਟੀ ਦਇਆ ਦ੍ਰਿਸ਼ਟੀ ਸਾਡੇ ਤੇ ਕਰੋ ਜੀ। ਚਰਨ ਕਮਲ ਨਾਨਕ ਆਰਾਧਾ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਹੇ ਪਰਮੇਸ਼ਰ ਜੀ, ਅਸੀਂ ਆਪ ਜੀ ਦੇ ਚਰਨ ਕਮਲਾਂ ਨੂੰ ਆਰਾਧਦੇ ਹਾਂ। ਤਿਸ ਬਿਨ ਆਨਨ ਕੇ ਹਾਂ। ਚਰਨ ਕਮਲਾਂ ਤੋਂ ਬਿਨਾ ਹੋਰ ਕਿਸੇ ਪ੍ਰਕਾਰ ਦੀ ਸਾਡੇ ਮਨ ਦੀ ਇੱਛਾ ਨਹੀਂ ਹੈ, ਕਿਸੇ ਵੀ ਪਦਾਰਥ ਦੀ ਸਾਨੂੰ ਲੋੜ ਨਹੀਂ ਹੈ। ਜੈਤ ਸਰੀ ਮਹੱਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੈਤਰੀ ਰਾਗਣੀ ਵਿੱਚ ਸ਼ੋਭਾਮਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਮਾਨ ਤਨ ਬਸ ਰਹੇ ਮੇਰੇ ਪ੍ਰਾਨ। ਇਹ ਅੰਤਰਜਾਮੀ ਜੀ, ਤੁਸੀਂ ਮੇਰੇ ਪ੍ਰਾਣ ਤੇ ਮਨ ਤਨ ਦੇ ਵਿੱਚ ਵਸ ਰਹੇ ਹੋ। ਇਸੇ ਪ੍ਰਕਾਰ ਮਾਨ ਤਨ ਬਸ ਰਹੇ ਮੇਰੇ ਪ੍ਰਾਨ। ਇਹ ਮੇਰੇ ਪ੍ਰਾਣਾਂ ਤੋਂ ਪਿਆਰੇ ਸਤਿਗੁਰੂ ਜੀ, ਤੁਸੀਂ ਸਾਡੇ ਮਨ ਤਨ ਦੇ ਵਿੱਚ ਵਸ ਰਹੇ ਹੋ। ਕਰ ਕਿਰਪਾ ਸਾਧੂ ਸੰਗ ਭੇਟੇ। ਸੋ ਕਿਰਪਾ ਕਰੋ ਮਹਾਰਾਜ। ਇਹ ਅੰਤਰਜਾਮੀ ਪਰਮੇਸ਼ਰ ਜੀ, ਅਸੀਂ ਆਪ ਜੀ ਦੀ ਦਇਆ ਦ੍ਰਿਸ਼ਟੀ ਕਰਕੇ ਸ੍ਰੇਸ਼ਟ ਜਨਾਂ ਦੀ ਸੰਗਤ ਦੇ ਵਿੱਚ ਮਿਲੇ ਹਾਂ। ਇਸੇ ਪ੍ਰਕਾਰ ਕਰ ਕਿਰਪਾ ਸਾਧੂ ਸੰਗ ਭੇਟੇ। ਇਹ ਪਰਮੇਸ਼ਰ ਜੀ, ਜਦ ਆਪ ਜੀ ਨੇ ਦਇਆ ਦ੍ਰਿਸ਼ਟੀ ਕੀਤੀ ਤਦ ਤੋਂ ਅਸੀਂ ਸਾਧੂ ਮਹਾਤਮਾ ਜਨਾਂ ਦੀ ਸੰਗਤ ਦੇ ਵਿੱਚ ਮਿਲੇ। ਪੂਰਨ ਪੁਰਖ ਸੁਜਾਨ। ਹਰ ਸਾਧੂਆਂ ਦੀ ਕਿਰਪਾ ਕਰਕੇ ਜੋ ਅੰਤਰਜਾਮੀ ਪੂਰਨ ਪੁਰਖ ਪਰਮੇਸ਼ਰ ਜੀ ਤੁਸੀਂ ਸਾਨੂੰ ਪ੍ਰਾਪਤ ਹੋਏ ਹੋ। ਜਾਂ ਇਹ ਸਾਰੇ ਥਾਵਾਂ ਦੇ ਵਿੱਚ ਪੂਰਨ ਵਿਆਪਕ
ਪੁਰਖ ਪ੍ਰਸ਼ਾਦ ਦੇਣ ਵਾਲੇ, ਸੁਜਾਨ ਚੰਗੀ ਤਰ੍ਹਾਂ ਹਿਰਦੇ ਦੀ ਜਾਣਨ ਵਾਲੇ ਵਾਹਿਗੁਰੂ ਜੀ, ਆਪ ਜੀ ਸਾਧੂਆਂ ਦੀ ਕਿਰਪਾ ਨਾਲ ਸਾਨੂੰ ਪ੍ਰਾਪਤ ਹੋਏ ਹੋ। ਸਾਧੂ ਕਿਹੜੇ ਨੇ? ਦਸੇ ਪਾਤਸ਼ਾਹੀਆਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਰਗੁਣ ਸਰੂਪ ਦੇ ਵਿੱਚ ਜਿਹੜੇ ਜਿਹੜੇ ਵੀ ਗੁਰਾਂ ਨੂੰ ਮਿਲੇ, ਮਹਾਰਾਜ ਨੇ ਕਿਰਪਾ ਕਰਕੇ ਪਰਮਾਤਮਾ ਦੇ ਨਾਲ ਮਿਲਾ ਦਿੱਤਾ। ਉਸ ਤੋਂ ਬਾਅਦ ਪੱਕਾ ਪ੍ਰਬੰਧ ਕਰ ਦਿੱਤਾ ਕਿ ਕਿਸੇ ਪਖੰਡੀ ਝੂਠੇ ਦੇਹਧਾਰੀ ਦੇ ਪੈਰ ਨਾ ਫੜਨੇ ਪੈਣ। ਜਿੰਨੀ ਰੌਣਕ ਗੁਰਦੁਆਰੇ ਲੱਗੀ ਹੈ, ਕੱਲਾ ਬੰਦਾ ਲਾ ਹੀ ਨਹੀਂ ਸਕਦਾ। ਗੁਰੂਆਂ ਦੀ ਬਰਾਬਰੀ ਥੋੜ੍ਹੋ ਕਿਸੇ ਕਰ ਲੈਣੀ ਹੈ। ਕੋਈ ਵੀ ਜਿੰਨਾ ਮਰਜੀ ਸਾਧੂ ਸੰਤ ਹੈ, ਇੰਨੀਆਂ ਰੌਣਕਾਂ ਥੋੜ੍ਹੋ ਲੱਗਣਗੀਆਂ। ਤੋ ਮਹਾਰਾਜ ਨੇ ਬਹੁਤ ਵਧੀਆ ਕੀਤਾ ਹੈ। ਜਿਸ ਬਾਣੀ ਨੂੰ ਪੜ੍ਹ ਕੇ ਸਾਧੂ ਬਣਦੇ ਨੇ, ਜਿਸ ਨਾਮ ਨੂੰ ਜਪ ਕੇ ਬ੍ਰਹਮ ਗਿਆਨ ਹੁੰਦਾ, ਉਹ ਨਾਮ ਦੇ ਲੜ ਲਾਤਾ ਸਾਰਿਆਂ ਨੂੰ ਕਿ ਭਾਈ ਸਿੱਧਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜੋ। ਜੁਗੋ ਜੁਗ ਅਟਲ ਸ਼ਬਦਾ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕਰ ਦਿੱਤੀ। ਸੋ ਇਹ ਜਿਹੜੇ ਸਾਧੂ ਨੇ, ਸਾਧੂਆਂ ਦੀ ਬਾਣੀ, ਇਹ ਗੁਰਬਾਣੀ ਦਾ ਪਾਠ ਕਰਨਾ ਹੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ। ਆਜੋ ਕਥਾ ਜਾਂ ਕੀਰਤਨ ਦੀ ਦਾਤ ਕਰਨ ਸੁਣਨ ਨੂੰ ਮਿਲਣੀ, ਸਮਝ ਲਓ ਵੀ ਕਿਰਪਾ ਹੈ। ਹੋਰ ਕਿਰਪਾ ਕੋਈ ਅਰਸ਼ੋਂ ਕੋਈ ਵਰਖਾ ਨਹੀਂ ਹੋਣੀ। ਇਹੀ ਕਿਰਪਾ ਹੈ ਕਿ ਇਸ ਘੋਰ ਕਲਯੁਗ ਦੇ ਵਿੱਚ ਸਾਨੂੰ ਮਹਾਰਾਜ ਨੇ ਧੱਕਾ ਧੁੱਕਾ ਲਾ ਕੇ, ਨਵਾ ਧਵਾ ਕੇ, ਲੇਟ ਫੇਟ ਜਿਸ ਤਰ੍ਹਾਂ ਮਰਜ਼ੀ ਭੱਜ ਭਜਾ ਕੇ ਗੁਰਦੁਆਰੇ ਪਹੁੰਚਾ ਦਿੱਤਾ ਇੱਕ ਵਾਰ ਬਸ। ਇਹ ਮਹਾਰਾਜ ਦੀ ਕਿਰਪਾ ਹੋਈ ਹੈ। ਤੋ ਐਸੀ ਮਹਾਰਾਜ ਨੇ ਕਿਰਪਾ ਕੀਤੀ। ਜਦ ਸੰਗਤ ਦੀ ਪ੍ਰਾਪਤੀ ਹੋਈ ਤਾਂ ਅੰਤਰਜਾਮੀ ਪੁਰਖ ਪਰਮੇਸ਼ਰ ਇਹ ਵਾਹਿਗੁਰੂ ਆਪ ਦੇ ਦਰਸ਼ਨ ਹੋਏ। ਸਾਧ ਸੰਗ ਜੋ ਤੁਮੇ ਮਿਲਾਇਓ, ਤੋ ਸੁਣੀ ਤੁਮਾਰੀ ਬਾਣੀ, ਆਨੰਦ ਭਇਆ ਪੇਖਤ ਹੀ ਨਾਨਕ, ਪ੍ਰਤਾਪ ਪੁਰਖ ਨਿਰਬਾਣੀ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਪ੍ਰੇਮ ਠਗੌਰੀ ਜਿਨ ਕਉ ਪਾਈ। ਜਿਨ੍ਹਾਂ ਗੁਰਮੁਖ ਜਨਾਂ ਨੂੰ ਤੁਸਾਂ ਸਤਿਗੁਰਾਂ ਦੁਆਰਾ ਪ੍ਰੇਮ ਰੂਪੀ ਠੱਗ ਬੂਟੀ ਪਾਈ ਹੈ, ਭਾਵ ਆਪਣਾ ਪ੍ਰੇਮ ਲਗਾਇਆ ਹੈ। ਤਿਨ ਰਸ ਪੀਓ ਭਾਰੀ, ਜਿਨ੍ਹਾਂ ਨੇ ਆਪ ਜੀ ਦੇ ਭਾਰੀ ਭਾਵ ਬਹੁਤ ਸ੍ਰੇਸ਼ਟ ਆਤਮਿਕ ਰਸ ਜਾਂ ਬ੍ਰਹਮਾਨੰਦ ਰੂਪ ਰਸ ਨੂੰ ਪੀਣਾ ਕੀਤਾ ਹੈ, ਉਹਨਾਂ ਗੁਰਮੁਖ ਜਨਾਂ ਨੂੰ ਆਨੰਦ ਪ੍ਰਾਪਤ ਹੋਇਆ ਹੈ। ਤਾਂ ਕੀ ਕੀਮਤ ਕਹਿਣ ਨਾ ਜਾਈ, ਉਸ ਆਨੰਦ ਦੀ ਕੀਮਤ ਕਹੀ ਨਹੀਂ ਜਾਂਦੀ। ਕੁਦਰਤ ਕਵਨ ਹਮਾਰੀ, ਫਿਰ ਹਮਾਰੀ ਤਮਾਮ ਜੀਵਾਂ ਦੀ ਸੋ ਕੀ ਸ਼ਕਤੀ ਹੈ ਜੋ ਮੁਖੋਂ ਕਥਨ ਕਰ ਸਕਣ, ਜਾਂ ਉਸ ਆਤਮਾ ਰਸ ਜਾਂ ਬ੍ਰਹਮਾਨੰਦ ਦੀ ਕਿਸੇ ਪਾਸੋਂ ਕੀਮਤ ਕਹੀ ਨਹੀਂ ਜਾਂਦੀ। ਫਿਰ ਹਮਾਰੀ ਸਾਡੀ ਕੀ ਸ਼ਕਤੀ ਹੈ ਕਿ ਜੋ ਅਸੀਂ ਕਹਿ ਸਕੀਏ। ਲਾਏ ਲਈ ਲੜਦਾਸ ਜਨ ਆਪਣੇ, ਇਹ ਪਰਮੇਸ਼ਰ ਜੀ ਜੋ ਆਪ ਜੀ ਨੇ ਆਪਣੇ ਦਾਸ ਸੇਵਕ ਜਨ ਜਾਣ ਕੇ ਗੁਰਾਂ ਦੁਆਰਾ ਸ਼ਨ ਰੂਪ ਭਗਤੀ ਰੂਪ ਲੜ ਪੱਲੇ ਨਾਲ ਲਾ ਲਏ ਹਨ। ਉਦਰੇ ਉਦਰਨ ਹਾਰੇ, ਉਹ ਨਿਸ਼ਕਾਮੀ ਤਰਨ ਵਾਲੇ ਹੋ ਕੇ ਸੰਸਾਰ ਸਮੁੰਦਰ ਤੋਂ ਤਰ ਗਏ, ਮੁਕਤ ਹੋ ਗਏ ਨੇ, ਅਰ ਹੋਰਨਾਂ ਨੂੰ ਵੀ ਤਾਰਨ ਵਾਲੇ ਹੋ ਗਏ ਹਨ। ਪ੍ਰਭ ਸਿਮਰ 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 ਸੁਖ ਪਾਇਓ। ਇਹ ਸਿਮਰਨੇ ਯੋਗ ਪਰਮੇਸ਼ਰ ਤੁਹਾਡਾ ਸਿਮਰਨੇ ਯੋਗ ਨਾਮ ਮਨ ਬਾਣੀ ਸਰੀਰ ਦੁਆਰਾ ਸਿਮਰ ਕੇ ਆਤਮਿਕ ਸੁਖ ਆਨੰਦ ਪਾਇਆ ਹੈ। ਨਾਨਕ ਸਰਨ ਦੁਆਰੇ, ਔਰ ਆਪ ਜੀ ਦੀ ਸਿੱਖ ਸੰਗਤ ਦੀ ਓਟ ਦੁਆਰਾ ਜਾਂ ਗੁਰਾਂ ਦੀ ਸ਼ਰਨ ਦੁਆਰਾ
ਗਿਆਨ ਰੂਪ ਦਰ ਦੇ ਵਿੱਚ ਸਥਿਤ ਹੋਏ ਹਨ। ਜੈਤ ਸਾਰੀ ਮਹੱਲਾ ਪੰਜਵਾ। ਜੈਸਰੀ ਰਾਗਣੀ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੁਭ ਪਾਵਨ ਫਰਮਾਨ ਕਰਦੇ ਨੇ। ਆਏ ਅਣਕ ਜਨਮ ਭ੍ਰਮ ਸਰਣੀ। ਇਸ ਪਾਵਨ ਸ਼ਬਦ ਵਿੱਚ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਕਿ ਹੇ ਪਰਮੇਸ਼ਰ ਜੀ, ਅਨੇਕਾਂ ਜਨਮਾਂ ਦੇ ਵਿੱਚ 84 ਲੱਖ ਜੂਨਾਂ ਨੂੰ ਭਰਮ ਦੇ ਹੁਣ ਮਨੁੱਖਾ ਜਨਮ ਪਾ ਕੇ ਆਪ ਜੀ ਦੀ ਸ਼ਰਨ ਆਏ ਹਾਂ। ਸੋ ਕਹਿੰਦੇ ਨੇ 184 ਜੋਨ ਭ੍ਰਮ ਤੇ ਦੁਲਭ ਜਨਮ ਪਾਏ ਹੋਏ, ਨਾਨਕ ਨਾਮ ਸੰਭਾਲ ਤੂੰ ਤੇਰਾ 100 ਦਿਨ ਨੇੜੇ ਆਏ ਹੋਏ। ਇਹ ਗੁਰਮੁਖ 84 ਲੱਖ ਜੂਨਾਂ ਦੇ ਵਿੱਚ ਭਰਮ ਦੀਆਂ ਹੋਇਆ ਇਹ ਮਨੁੱਖਾ ਜਨਮ ਵੱਡੇ ਭਾਗਾਂ ਨਾਲ ਮਿਲਿਆ। ਇਹਨੂੰ ਸਾਂਭ ਕੇ ਰੱਖ। ਉਹ ਜਿਹੜਾ ਤੇਰਾ ਆਖਰੀ ਦਿਨ ਹੈ ਮੌਤ ਵਾਲਾ, ਉਹ ਨੇੜੇ ਆ ਰਿਹਾ ਹੈ। ਇਸ ਵਾਸਤੇ ਤੂੰ ਵਾਹਿਗੁਰੂ ਨਾਮ ਨੂੰ ਹਿਰਦੇ ਵਿੱਚ ਸੰਭਾਲਣਾ ਕਰ। ਅਨੇਕਾਂ ਜਨਮਾਂ ਦੇ ਵਿੱਚ 84 ਲੱਖ ਜੂਨਾਂ 'ਚ ਭਟਕਦਿਆਂ ਇਹ ਵਾਹਿਗੁਰੂ ਮਨੁੱਖਾ ਜਨਮ ਪਾ ਕੇ ਹੁਣ ਗੁਰੂ ਦੇ ਰਾਹੀਂ ਅਸੀਂ ਆਪ ਦੀ ਸ਼ਰਨ ਵਿੱਚ ਆਏ ਹਾਂ। ਉਦਰ ਦੇਹ ਅੰਧਕੂਪ ਤੇ। ਇਹ ਪਰਮੇਸ਼ਰ ਜੀ, ਸਾਨੂੰ ਸਵੈ ਸੱਤਾ ਤੋਂ ਹੀਣੇ ਦੇ ਸਰੀਰ ਰੂਪੀ ਖੂਹ ਦੇ ਅਗਿਆਨ ਰੂਪਾਂ ਹਨੇਰੇ ਤੋਂ ਉਧਾਰ ਦਿਓ। ਪਾ ਮੁਕਤੀ ਰੂਪ ਕਿਨਾਰੇ ਤੇ ਪਹੁੰਚਾ ਦਿਓ। ਲਾਵਹੁ ਆਪਣੀ ਚਰਣੀ। ਅਤੇ ਆਪਣੀ ਚਰਨੀ ਸਾਨੂੰ ਲਾ ਲਵੋ ਜੀ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਗਿਆਨ ਧਿਆਨ ਕਿਛ ਕਰਮ ਨ ਜਾਣਾ। ਅਸੀਂ ਨਿਰਗੁਣ ਸਰੂਪ ਦਾ ਗਿਆਨ, ਸਰਗੁਣ ਸਰੂਪ ਦਾ ਧਿਆਨ ਤੇ ਕੁਝ ਨਿਸ਼ਕਾਮ ਕਰਮਾਂ ਨੂੰ ਕਰਨਾ ਵੀ ਨਹੀਂ ਜਾਣਿਆ। ਨਾਹਿ ਨਿਰਮਲ ਕਰਨੀ। ਅਤੇ ਨਾ ਹੀ ਉਜਲ ਕਮਾਈ ਕਰਨਾ ਕੀਤੀ ਹੈ, ਜਾਂ ਮਾਇਆ ਦੀ ਮੈਲ ਤੋਂ ਰਹਿਤ ਕਰਨ ਵਾਲੀ ਨਿਸ਼ਕਾਮਤਾ ਵਾਲੀ ਕਮਾਈ ਵੀ ਨਹੀਂ ਕੀਤੀ ਹੈ। ਇਸੇ ਪ੍ਰਕਾਰ ਗਿਆਨ ਧਿਆਨ ਕਿਛ ਕਰਮ ਨ ਜਾਣਾ। ਅਸੀਂ ਗਿਆਨ ਧਿਆਨ ਦੇ ਪਰਉਪਕਾਰ ਆਦਿਕ ਕਰਮ ਕੁਝ ਵੀ ਨਹੀਂ ਜਾਣੇ। ਨਾਹਿ ਨਿਰਮਲ ਕਰਨੀ। ਅਤੇ ਨਾ ਹੀ ਜਪ ਤਪ ਰੂਪ ਉਜਲ ਕਮਾਈ ਕੀਤੀ ਹੈ। ਸਾਧ ਸੰਗਤ ਕੈ ਅੰਚਲ ਲਾਵਹੁ। ਇਸ ਲਈ ਕਿਰਪਾ ਕਰਕੇ ਮੈਨੂੰ ਸ੍ਰੇਸ਼ਟ ਜਨਾਂ ਦੀ ਸੰਗਤ ਦੇ ਸ਼ਰਨ ਪੱਲੇ ਵਿੱਚ ਲਾਉਣਾ ਕਰੋ ਜੀ। ਵੇਖਮ ਨਦੀ ਜਾਏ ਤਰਣੀ। ਇਸ ਕਰਕੇ ਆਸਾ ਤ੍ਰਿਸ਼ਨਾ ਰੂਪ ਜਾਂ ਸੰਸਾਰ ਰੂਪ ਜਾਂ ਮਾਇਆ ਰੂਪ ਜਾਂ ਬੈਤਰਨੀ ਰੂਪ ਕਠਨ ਨਦੀ ਤਰੀ ਜਾਵੇ। ਸੁਖ ਸੰਪਤ ਮਾਇਆ ਰਸ ਮਿੱਠੇ। ਸੰਸਾਰਿਕ ਪਦਾਰਥਾਂ ਦੇ ਸੁਖ, ਹਾਥੀ ਘੋੜੇ ਆਦਿਕ ਵਿਭੂਤੀ ਜਿੰਨੇ ਵੀ ਮਾਇਆ ਦੇ ਰਸ ਮਿੱਠੇ ਭਾ ਪਿਆਰੇ ਮੰਨੇ ਹਨ। ਇਹ ਨਹੀਂ ਮਨ ਮਹਿ ਧਰਣੀ। ਪਰ ਤੇਰੀ ਕਿਰਪਾ ਦਾ ਸਦਕਾ ਇਹਨਾਂ ਦੀ ਪ੍ਰੀਤੀ ਅਸੀਂ ਮਨ ਹਿਰਦੇ ਵਿੱਚ ਧਾਰਨ ਨਹੀਂ ਕੀਤੀ ਹੈ। ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ। ਸਤਿਗੁਰੂ ਮਹਾਰਾਜ ਕਥਨ ਕਰਦੇ ਕਿ ਹੇ ਹਰੀ ਪਰਮੇਸ਼ਰ ਜੀ, ਆਪ ਜੀ ਦੇ ਗੁਰਾਂ ਦੁਆਰਾ ਦਰਸ਼ਨ ਦੀਦਾਰ ਕਰਕੇ ਸੇਵਕ ਦਾ ਮਨ ਤ੍ਰਿਪਤ ਸੰਤੁਸ਼ਟਤਾ ਪਾਉਂਦਾ ਹੈ। ਹਰ ਨਾਮ ਰੰਗਿਆ ਭਰਣੀ। ਇਹ ਪਰਮੇਸ਼ਰ ਜੀ, ਆਪ ਜੀ ਦੇ ਨਾਮ ਨਾਲ ਪ੍ਰੇਮ ਕਰਨ ਰੂਪ ਗਹਿਣੇ ਪਹਿਨੇ ਹੋਏ ਹਨ। ਜਾਂ ਹੇ ਪਰਮੇਸ਼ਰ ਜੀ, ਅਸੀਂ ਆਪ ਜੀ ਦੀ ਸਾਧ ਸੰਗਤ ਜਾਂ ਭਗਤੀ ਰੂਪ ਆਪਰਨੀ ਮੱਟੀ ਦੇ ਵਿੱਚ
ਆਪ ਜੀ ਦਾ ਨਾਮ ਅੰਮ੍ਰਿਤ ਰੂਪ ਰੰਗ ਤੇ ਪ੍ਰੇਮ ਰੂਪ ਜਲ ਪਾ ਕੇ ਮਨ ਰੂਪੀ ਵਸਤੂ ਨੂੰ ਰੰਗਣਾ ਕਰਦੇ ਹਾਂ। ਜਾਏ ਤਸਰੀ ਮਹੱਲਾ ਪੰਜਵਾ। ਜੈਤਸਰੀ ਰਾਗਣੀ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਉਚਾਰਨ ਕਰਦੇ ਹਨ। ਹਰ ਜਨ ਸਿਮਰਹੁ ਹਿਰਦੈ ਰਾਮ। ਹਰੀ ਪਰਮੇਸ਼ਰ ਦੇ ਪਿਆਰਿਓ ਭਗਤ ਜਨੋ, ਆਪਣੇ ਹਿਰਦੇ ਚਿੱਤ ਵਿੱਚ ਰਮੇ ਹੋਏ ਪਰਮੇਸ਼ਰ ਦਾ ਨਾਮ ਸਿਮਰਿਆ ਕਰੋ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਟਾਵੋ। ਹਰ ਜਨ ਕਉ ਅਪਦਾ ਨਿਕਟ ਨ ਆਵੈ। ਹਰੀ ਪਰਮੇਸ਼ਰ ਦੇ ਭਗਤ ਜਨਾਂ ਦੇ ਮੌਤ ਦੀ ਜਾਂ ਜੂਨਾਂ ਵਿੱਚ ਪੈਣ ਦੀ ਜਾਂ ਨਰਕਾਂ ਦੀ ਜਾਂ ਕਾਮ ਆਬਦਾਂ ਦੀ ਜਿਹੜੀ ਬਿਪਤਾ ਹੈ ਉਹ ਨੇੜੇ ਤੱਕ ਨਹੀਂ ਆਉਂਦੀ। ਪੂਰਨ ਦਾਸ ਕੇ ਕਾਮ। ਹਰ ਉਹਨਾਂ ਦਾਸ ਸੇਵਕ ਜਨਾਂ ਦੇ ਲੋਕ ਪਰਲੋਕ ਦੇ ਜਾਂ ਪਰਮਾਰਥ ਵਿਵਹਾਰਕ ਆਦਿਕ ਸਾਰੇ ਕੰਮ ਕਾਜ ਪੂਰੇ ਹੋ ਜਾਂਦੇ ਹਨ। ਜਨ ਕੇ ਪੂਰਨ ਹੋਏ ਕਾਮ, ਕਲੀ ਕਾਲ ਮਹਾ ਵਿਖਿਆ ਮੈਂ ਲੱਜਾ ਰਾਖੀ ਰਾਮ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਕੋਟ ਬਿਗਨ ਬਿਨ ਸਾਇ ਹਰ ਸੇਵਾ। ਹਰੀ ਪਰਮੇਸ਼ਰ ਦੀ ਭਗਤੀ ਰੂਪ ਸੇਵਾ ਟਹਿਲ ਕਰਨੇ ਕਰਕੇ ਕਰੋੜਾਂ ਹੀ ਬਿਗਨ ਨਾਸ਼ ਹੋ ਜਾਂਦੇ ਨੇ। ਬਿਗਨ ਕੋ ਲਾਗਤ ਗੁਰ ਪੈ ਅਰਦਾਸ। ਜਿਹੜਾ ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਦਾ ਉਹਦੇ ਕੰਮਾਂ 'ਚ ਪਰਮਾਤਮਾ ਕੋਈ ਵਿਘਨ ਨਹੀਂ ਪੈਣ ਦਿੰਦਾ। ਵਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰੂ ਨਾਮ ਦ੍ਰਿੜਾਇਆ। ਕੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਕਰ ਆਇਆ। ਸੋ ਕਰੋੜਾਂ ਹੀ ਵਿਘਨ ਨਾਸ਼ ਹੋ ਜਾਂਦੇ ਹਨ। ਨਿਹਚਲ ਗੋਵਿੰਦ ਧਾਮ। ਅਤੇ ਗੋਬਿੰਦ ਪਰਮੇਸ਼ਰ ਦਾ ਅਚਲ ਸਰੂਪ ਰੂਪੀ ਘਰ ਪ੍ਰਾਪਤ ਹੋ ਜਾਂਦਾ ਹੈ। ਜਾਂ ਜਿਸ ਨੂੰ ਕਾਲ ਰੂਪ ਮੀਂਹ ਖਾਰ ਨਹੀਂ ਸਕਦਾ, ਜਾਂ ਕਾਲ ਆਪਣੇ ਭੁਚਾਲ ਰੂਪੀ ਥਲ ਦੇ ਨਾਲ ਹਿਲਾ ਨਹੀਂ ਸਕਦਾ, ਐਸੇ ਜੋ ਗੋਬਿੰਦ ਪਰਮੇਸ਼ਰ ਦਾ ਨਿਚਲ ਸਦਾ ਕਾਇਮ ਰਹਿਣ ਵਾਲਾ ਬੈਕੁੰਠ ਰੂਪੀ ਸਰੂਪ ਰੂਪੀ ਘਰ ਪ੍ਰਾਪਤ ਹੋ ਜਾਂਦਾ। ਭਾਵ ਸਰਗੁਣ ਦਾ ਘਰ ਬੈਕੁੰਠ ਤੇ ਨਿਰਗੁਣ ਦਾ ਘਰ ਸਰੂਪ ਹੈ। ਭਗਵੰਤ ਭਗਤ ਕਉ ਪਉ ਕਿਛ ਨਾਹੀ। ਭਗਵੰਤ ਜੋ ਖਟ ਪਗਾ ਸਮਾਨ ਭਗਵਾਨ ਪਰਮੇਸ਼ਰ ਹੈ, ਉਹਦੇ ਭਗਤ ਜਨਾਂ ਨੂੰ ਥੋੜੇ ਮਾਤਰ ਵੀ ਕਿਸੇ ਦਾ ਕੋਈ ਡਰ ਡੁਕਰ ਨਹੀਂ ਹੈ। ਆਦਰ ਦੇਵਤ ਜਾਮ। ਅਤੇ ਜਿਹੜੇ ਯਮਦੂਤ ਹਨ ਉਹ ਵੀ ਭਗਤ ਜਨਾਂ ਨੂੰ ਆਦਰ ਸਤਿਕਾਰ ਦਿੰਦੇ ਨੇ। ਯਮਦੂਤ ਤਾਂ ਆ ਹੀ ਨਹੀਂ ਸਕਦੇ ਤੇ ਨਾ ਉਹਨਾਂ ਨੂੰ ਲੇਖਾ ਜੋਖਾਂ ਦੇਣ ਲਈ ਜਮਾਂ ਦੀ ਪੂਰੀ ਜਾਣਾ ਪੈਂਦਾ। ਪਰ ਜੇ ਮਹਾਰਾਜਾ ਜਨਕ ਵਾਂਗ ਉਥੋਂ ਦੇ ਨਰਕੀ ਜੀਵਾਂ ਦੀ ਫਰਿਆਦ ਸੁਣਨ ਲਈ ਚਲੇ ਵੀ ਜਾਣ ਤਾਂ ਧਰਮ ਰਾਜਾ ਸਿੰਘਾਸਨ ਛੱਡ ਕੇ ਪਰਾਂ ਹੋ ਜਾਂਦਾ ਕਿ ਮਹਾਰਾਜ ਆਪ ਦੇ ਚਰਨ ਪਏ। ਤੇ ਇਹ ਜਿਹੜੀ ਸਾਡੀ ਜੰਮਪੁਰੀ ਹੈ, ਇੱਥੇ ਹਮੇਸ਼ਾ ਪਾਪੀ ਬੰਦੇ ਆਉਂਦੇ ਨੇ। ਆਪ ਜੀ ਬ੍ਰਹਮ ਗਿਆਨੀ ਸੰਤਾਂ ਨਾਮ ਜਪਣ ਵਾਲਿਆਂ ਦੇ ਚਰਨ ਪੈਣ ਤੋਂ ਇਹ ਸਾਡੀ ਜੰਮਪੁਰੀ ਪਵਿੱਤਰ ਹੋ ਗਈ ਹੈ। ਸਿੰਘਾਸਨ ਛੱਡ ਕੇ ਪਰੇ ਹੋ ਜਾਂਦਾ। ਜਮਕਾਲ ਮਿਲਾ ਦੇ ਭੇਟ ਸੰਤਾਂ ਨੂੰ ਉੱਚੀ ਜਗ੍ਹਾ ਬਿਠਾ ਕੇ ਤੇ ਭੇਟਾ ਰੱਖ ਕੇ ਚਰਨਾਂ ਤੇ ਮੱਥਾ ਟੇਕਦਾ ਹੈ। ਇਉਂ ਯਮਦੂਤ ਧਰਮ ਰਾਜਾ ਉਹ ਵੀ ਅਦਰ ਸਤਿਕਾਰ ਦਿੰਦਾ ਹੈ। ਜਿਹਦੀ ਸਿਫਾਰਿਸ਼ ਪਾ ਦੇਣ ਉਹਨੂੰ ਵੀ ਤਾਰ ਦਿੰਦਾ ਹੈ। ਜਿਵੇਂ ਇੱਕ
ਭਗਤ ਜੱਲਣ ਜੱਟ ਜੀ ਹੋਏ ਹਨ, ਜੋ ਜੱਟ ਜ਼ਿਮੀਂਦਾਰ ਹੋਣ ਦੇ ਬਾਵਜੂਦ ਵੀ ਤੇ ਸੰਤ ਬ੍ਰਹਮ ਗਿਆਨੀ ਹੋਣ ਦੇ ਬਾਵਜੂਦ ਵੀ ਹੱਥੀਂ ਕਿਰਤ ਕਰਿਆ ਕਰਦੇ। ਆਮ ਅਸੀਂ ਲੋਕ ਵਿਹਲੇ ਰਹਿਣਾ ਪਸੰਦ ਕਰਦੇ ਹਾਂ, ਪਰ ਭਗਤ ਜੀ ਕਿਰਤ ਕਰਕੇ ਛਕਦੇ। ਕਿਸੇ ਸ਼ਾਹੂਕਾਰ ਦੀ ਨੌਕਰੀ ਕਰਿਆ ਕਰਦੇ, ਮਜ਼ਦੂਰੀ ਦਾ ਕੰਮ ਕਰਕੇ ਤੇ ਸ਼ਾਮ ਨੂੰ ਦਿਹਾੜੀ ਲਿਆਉਂਦੇ। ਉਹ ਸ਼ਾਹੂਕਾਰ ਦਾ ਸੁਭਾਅ ਬੜਾ ਗੁੱਸੇਖੋਰ ਸੀਗਾ। ਜਦ ਵੀ ਮਜ਼ਦੂਰਾਂ ਨੂੰ ਉਹਨੇ ਦਿਹਾੜੀ ਦੇਣੀ ਤਾਂ ਪੈਸੇ ਲੈਣ ਲੱਗਿਆਂ ਸਭਨਾਂ ਨੂੰ ਕਾਹਲ ਹੋਣੀ ਕਿ ਮੈਨੂੰ ਪਹਿਲਾਂ ਮਿਲ ਜਾਣ ਤੇ ਮੈਂ ਛੇਤੀ ਛੇਤੀ ਆਪਣੇ ਘਰ ਨੂੰ ਜਾਵਾਂ। ਉਹਨੇ ਇੱਕ ਦੂਜੇ ਨੂੰ ਧੱਕੇ ਮਾਰ ਕੇ ਅੱਗੇ ਹੋਣ ਦੀ ਕੋਸ਼ਿਸ਼ ਕਰਨੀ। ਸ਼ਾਹੂਕਾਰ ਨੇ ਬੜਾ ਉਹਨਾਂ ਨੂੰ ਗਾਲੀ ਗਲੋਚ ਕਰਨਾ ਕਿ ਤੁਸੀਂ ਮਰ ਜਾਓ, ਤੁਹਾਡਾ ਬੇੜਾ ਬਹਿ ਜੇ, ਪਰੇ ਹੋਵੋ, ਮੇਰੇ ਉੱਤੇ ਚੜੀ ਜਾਂਦੇ ਹੋ, ਮਿਲ ਜੂਗੇ ਪੈਸੇ। ਜਦੋਂ ਸਾਰਿਆਂ ਨੂੰ ਮਿਲ ਜਾਣੇ ਤਾਂ ਭਗਤ ਜੱਲਣ ਜੱਟ ਜੀ ਨੇ ਇੱਕ ਪਾਸੇ ਹੋ ਕੇ ਮਾਲਾ ਫੇਰਦੇ, ਵਾਹਿਗੁਰੂ ਵਾਹਿਗੁਰੂ ਕਰਦੇ ਹੋਣਾ। ਉਹਨੇ ਆਵਾਜ਼ ਮਾਰਨੀ ਬੜੇ ਸਤਿਕਾਰ ਨਾਲ ਕਿ ਆਓ ਭਗਤ ਜੱਲਣ ਜੀ, ਤੁਸੀਂ ਵੀ ਆਪਣੀ ਦਿਹਾੜੀ ਆਪਣੀ ਮਾਇਆ ਲੈ ਲਵੋ। ਕਿਉਂ ਬੜੇ ਸਤਿਕਾਰ ਨਾਲ ਬੁਲਾਉਣਾ। ਜਿਸ ਵਕਤ ਸਾਧ ਸੰਗਤ ਜੀਓ ਭਗਤ ਜੱਲਣ ਜੀ ਦੀ ਧਰਮ ਸੁਪਤਨੀ ਬੀਬੀ ਰਾਮਕੀ ਜੀ ਨੇ ਚੜ੍ਹਾਈ ਕਰਨਾ ਸੀ ਤਾਂ ਉਸੇ ਵਕਤ ਹੀ ਸ਼ਾਹੂਕਾਰ ਦੀ ਮੌਤ ਹੋਣੀ ਸੀ। ਭਗਤ ਜੀ ਨੇ ਬੀਬੀ ਰਾਮਕੀ ਨੂੰ ਸੁਨੇਹਾ ਦਿੱਤਾ ਕਿ ਤੇਰਾ ਰਸਤਾ ਤਾਂ ਵੈਸੇ ਸੱਚਖੰਡ ਦਰਬਾਰ ਦਾ ਵੱਖਰਾ ਹੀ ਹੈ, ਨਰਕਾਂ ਵਾਲਾ ਰਸਤਾ ਨਹੀਂ ਹੈ। ਫਿਰ ਵੀ ਤੂੰ ਸਾਡਾ ਇੱਕ ਕੰਮ ਕਰਦੀ ਜਾਈ, ਜਿੱਧਰਲੇ ਪਾਸੇ ਧਰਮਰਾਜ ਦੀ ਕਚਹਿਰੀ ਹੈ ਉਧਰ ਦੀ ਹੁੰਦੀ ਜਾਈ ਤੇ ਧਰਮਰਾਜੇ ਨੂੰ ਸਾਡਾ ਸੁਨੇਹਾ ਦਿੰਦੀ ਜਾਈ ਕਿ ਆਹ ਜਿਹੜੀ ਸ਼ਾਹੂਕਾਰ ਦੀ ਆਤਮਾ ਤੁਹਾਡੇ ਕੋਲ ਆਈ ਹੈ, ਇਹ ਭਗਤ ਜੱਲਣ ਜੀ ਨੂੰ ਜਿਉਂਦੇ ਜੀ ਕਰਕੇ ਬੁਲਾਉਂਦਾ ਰਿਹਾ, ਸਤਿਕਾਰ ਨਾਲ ਬੁਲਾਉਂਦਾ ਰਿਹਾ ਹੈ। ਇਸ ਲਈ ਇਹਦਾ ਲੇਖਾ ਜੋਖਾ ਥੋੜਾ ਜਿਹਾ ਧਿਆਨ ਨਾਲ ਕਰਿਓ। ਇਹ ਭਗਤਾਂ ਨੇ ਸੁਨੇਹਾ ਦਿੱਤਾ ਹੈ ਤੇ ਇਹ ਸਾਡਾ ਸੁਨੇਹਾ ਧਰਮਰਾਜ ਜੀ ਨੂੰ ਪਹੁੰਚਾ ਦੇ। ਸਾਧ ਸੰਗਤ ਜੀ, ਬੀਬੀ ਰਾਮਕੀ ਸ੍ਰੀ ਗੋਇੰਦਵਾਲ ਸਾਹਿਬ ਦੀ ਸਮਾਧ ਉੱਤੇ ਚੜ੍ਹਾਈ ਕਰ ਗਏ। ਭਗਤ ਜੱਲਣ ਜੱਟ ਜੀ ਦੀ ਸਮਾਧ ਪਿੰਡ ਨੌਸ਼ਹਿਰਾ ਢਾਲਾ ਵਿਖੇ ਹੈ, ਜੋ ਕਿ ਅਟਾਰੀ ਸ਼ਹਿਰ ਤੋਂ ਕਾਫੀ ਆਪਣਾ 5-7 ਕਿਲੋਮੀਟਰ ਅੱਗੇ ਡਰੇਨ ਹੈ, ਵਾਘਾ ਬਾਰਡਰ ਜਿਹਨੂੰ ਕਹਿੰਦੇ ਨੇ। ਉਹ ਨਹਿਰ ਦੇ ਨਾਲ ਕਾਫੀ 10-12 ਕਿਲੋਮੀਟਰ ਪਿੰਡ ਪੈਂਦਾ ਹੋਊਗਾ ਤੇ ਬਿਲਕੁਲ ਕੰਡਿਆਲੀ ਤਾਰ ਦੇ ਨਾਲ ਹੀ ਹੈ। ਕੰਡਿਆਲੀ ਤਾਰ ਤੋਂ ਪਹਿਲਾਂ ਪਾਕਿਸਤਾਨੀ ਵੀ ਆ ਕੇ ਉੱਥੋਂ ਲੰਗਰ ਛਕ ਜਾਂਦੇ ਸੀ। ਆ ਜਿਹੜੇ ਮੱਝਾਂ ਚਾਰਨ ਵਾਲੇ ਹੁੰਦੇ ਨੇ, ਇਹਨਾਂ ਨੂੰ ਕੋਈ ਵੀ ਰੋਕਦਾ ਨਹੀਂ ਸੀਗਾ। ਉੱਥੇ ਮੱਸਿਆ ਦਾ ਮੇਲਾ ਲੱਗਦਾ, ਸਾਲ ਬਾਅਦ ਬੜਾ ਭਾਰੀ ਜੋੜ ਮੇਲਾ ਹੁੰਦਾ। ਤੇ ਪਿੰਡ ਵਾਲੇ ਉਹਨਾਂ ਨੇ ਮੈਨੂੰ ਦੱਸਿਆ ਕਿ ਕੰਡਿਆਲੀ ਤਾਰ ਤੋਂ ਪਹਿਲਾਂ ਜਿਹੜੇ ਆਮ ਮੱਝਾਂ ਚਾਰਨ ਵਾਲੇ ਜਾਂ ਹੋਰ ਗਰੀਬ ਗੁਰਬੇ ਇੱਧਰ ਮੱਥਾ ਟੇਕਣ ਆਉਂਦੇ ਤੇ ਲੰਗਰ ਪਾਣੀ ਛਕ ਕੇ ਜਾਂਦੇ ਸੀਗੇ। ਕੰਡਿਆਲੀ ਤਾਰ ਤੋਂ ਬਾਅਦ ਮੁੜ ਕੇ ਰੋਕ ਹੋ ਗਈ। ਉਹਨਾਂ ਦੀ ਸਮਾਧ ਬਿਲਕੁਲ ਬਾਰਡਰ ਤੇ ਹੈ। ਜਿਸ ਵਕਤ ਬੀਬੀ ਰਾਮਕੀ ਨੇ ਜਾ ਕੇ ਧਰਮਰਾਜ ਨੂੰ ਸੁਨੇਹਾ ਦਿੱਤਾ ਤਾਂ ਕਹਿਣ ਲੱਗਾ, ਬੀਬੀ ਭੈਣਾ 2 ਮਿੰਟ ਠਹਿਰ ਜਾ, ਤੂੰ ਆ ਸ਼ਾਹੂਕਾਰ ਦੀ ਆਤਮਾ ਨੂੰ ਆਪਣੇ ਨਾਲ ਹੀ ਲਈ ਜਾ, ਇਹਦੀ ਫਾਈਲ ਕੱਢ ਕੇ ਮੈਨੂੰ ਫੜਾਓ। ਉਹਨਾਂ ਫਾਈਲ ਫੜੀ, ਲੇਖੇ ਜੋਖੇ ਦੇ ਜੋ ਸੰਸਕਾਰਾਂ ਦੇ ਕਾਗਜ਼ ਹੁੰਦੇ ਨੇ ਉਹ ਫੜ ਕੇ ਬੀਬੀ ਰਾਮਕੀ ਦੇ ਸਾਹਮਣੇ ਪਾੜ ਕੇ ਗਾਰ ਵਿੱਚ ਕਰ ਦਿੱਤੇ। ਕਹਿੰਦੇ, ਲੈ ਬੀਬੀ, ਜਿੱਥੇ ਭਗਤਾਂ ਦੀ ਸਿਫਾਰਿਸ਼ ਆ ਗਈ ਉੱਥੇ ਮੈਂ ਹਿਸਾਬ ਕੀ ਕਰਨਾ। ਉਹਨੇ ਵਈਓ ਖਾਤਾ ਹੀ ਨਹੀਂ ਖੋਲਿਆ, ਵੇਖਿਆ ਹੀ ਨਹੀਂ ਵੀ ਇਹਨੇ ਕੀ ਕੰਮ ਕੀਤਾ, ਚੰਗਾ ਜਾਂ ਮਾੜਾ। ਕਹਿੰਦੇ ਸਿਫਾਰਿਸ਼ ਆ ਗਈ ਸੰਤਾਂ ਦੀ, ਭਗਤਾਂ ਦੀ, ਇਹਨੂੰ ਤਾਂ ਆਪਣੇ ਨਾਲ ਸੱਚਖੰਡ ਲੈ ਜਾ।
ਉਹ ਬੀਬੀ ਇੰਨੀ ਖੁਸ਼ ਹੋਈ, ਉਹਨੇ ਸੋਚਿਆ ਕਿ ਮੈਂ ਜਾ ਕੇ ਭਗਤ ਜੀ ਨੂੰ ਦੱਸ ਕੇ ਆਵਾਂ। ਭਗਤ ਜੱਲਣ ਜੀ ਦੇ ਇਤਿਹਾਸ ਵਿੱਚ ਲਿਖਿਆ ਹੋਇਆ ਹੈ ਕਿ ਬੀਬੀ ਰਾਮਕੀ ਦੁਬਾਰ ਤੋਂ ਜਿਉਂਦੀ ਹੋ ਗਈ ਸੀ। ਭਗਤ ਜੀ ਕਹਿਣ ਲੱਗੇ, ਹਾਂ ਦੱਸ ਕਿਧਰ ਮੂੰਹ ਚੁੱਕਿਆ? ਇੰਨਾ ਸਰੀਰ ਦਾ ਮੋਹ, ਤੇਰਾ ਧਿਆਨ ਤਾਂ ਨੂੰ ਹੋਣਾ ਚਾਹੀਦਾ, ਤੂੰ ਠਾਂ ਨੂੰ ਵੇਖ ਰਹੀ ਹੈ, ਕੀ ਕਰਨ ਆਈ ਹੈ ਦੱਸ? ਜੀ ਨਹੀਂ ਲੱਗਦਾ? ਸੋ ਅਨਕ ਜਨਮ ਆਏ ਭ੍ਰਮ ਸਰਨੀ, ਉਦਰ ਦੇ ਅੰਧਕੂਪ ਤੇ ਲਾਵੋ ਆਪਣੀ ਚਰਨੀ। ਕਈ ਜਨਮ ਭਈ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ। ਇਸੇ ਤਰ੍ਹਾਂ ਐਸੇ ਕਰ ਹਮ ਬਹੁਤ ਵਸਾਏ। ਤੈਨੂੰ ਘਰ ਦਾ ਮੋਹ ਹੈ, ਤੈਨੂੰ ਸਰੀਰ ਦਾ ਮੋਹ ਹੈ, ਕਿਉਂ ਨਹੀਂ ਤੂੰ ਸੱਚਖੰਡ ਵੱਲ ਧਿਆਨ ਕਰਦੀ? ਦੁਬਾਰ ਤੋਂ ਜਿਉਂਦੀ ਕਿਉਂ ਹੋ ਗਈ? ਚੱਲ ਇੱਥੋਂ ਚੱਲਦੀ ਲੱਗ, ਤੇਰੀ ਉਮਰ ਪੂਰੀ ਹੋਈ ਹੈ, ਤੂੰ ਫਿਰ ਇੱਥੇ ਤੁਰੀ ਫਿਰਦੀ ਹੈ। ਐਸੇ ਘਰ ਹਮ ਬਹੁਤ ਵਸਾਏ, ਜਬ ਹਮ ਰਾਮ ਗਰਭ ਹੋਏ ਆਏ। ਉਹ ਬੀਬੀ ਨੂੰ ਇੰਨੀਆਂ ਝੜਕਾਂ ਪਈਆਂ, ਉਹ ਵਿਚਾਰੀ ਚੁੱਪ, ਬੋਲਣ ਦਾ ਟਾਈਮ ਹੀ ਨਾ ਦਿੱਤਾ। ਜਦ ਭਗਤ ਜੀ ਝੜਕਾਂ ਦੇ ਕੇ ਚੁੱਪ ਕਰ ਗਏ, ਉਹਨੇ ਹੱਥ ਜੋੜੇ, ਕਹਿਣ ਲੱਗੀ, ਮਹਾਰਾਜ ਮੈਨੂੰ ਖਿਮਾ ਕਰੋ। ਮੈਂ ਸੋਚਿਆ ਕਿ ਮੈਂ ਸੁਨੇਹਾ ਦੇ ਕੇ ਦੱਸ ਕੇ ਆਵਾਂ ਭਗਤ ਜੀ ਨੂੰ ਕਿ ਜਿਸ ਜੀਵ ਆਤਮਾ ਦੀ ਆਪ ਨੇ ਸਿਫਾਰਿਸ਼ ਪਾਈ ਸੀ ਤੇ ਧਰਮ ਰਾਜੇ ਨੇ ਉਹਦਾ ਲੇਖਾ ਜੋਖਾ ਹੀ ਪਾੜ ਕੇ ਸੁੱਟ ਦਿੱਤਾ, ਤੇ ਮੈਨੂੰ ਉਹਨੇ ਆਖਿਆ ਵੀ ਇਹਨੂੰ ਸੱਚਖੰਡ ਆਪਣੇ ਨਾਲ ਹੀ ਲੈ ਜਾ। ਮੇਰਾ ਮਨ ਇੰਨਾ ਖੁਸ਼ ਹੋਇਆ, ਮੈਂ ਤੁਹਾਨੂੰ ਦੱਸਣ ਆਈ ਹਾਂ। ਭਗਤ ਜੀ ਕਹਿੰਦੇ, ਮੈਨੂੰ ਤਾਂ ਉਸੇ ਵਕਤ ਪਤਾ ਚੱਲ ਗਿਆ ਸੀ ਜਿਹਦੀ ਸਿਫਾਰਿਸ਼ ਧਰਮ ਰਾਜੇ ਦੀ ਕਚਹਿਰੀ ਵਿੱਚ ਚੱਲਦੀ ਹੈ, ਉਹਦੇ ਕੋਲੋਂ ਕੀ ਲੁਕਿਆ ਹੋਇਆ ਹੈ। ਇਸ ਵਾਸਤੇ ਦੱਸਣ ਦੀ ਜ਼ਰੂਰਤ ਨਹੀਂ ਸੀ। ਇੰਜ ਸਾਧ ਸੰਗਤ ਜੀਓ, ਬੀਬੀ ਰਾਮਕੀ ਵਾਹਿਗੁਰੂ ਜੀ ਦੇ ਭਾਣੇ ਦੇ ਵਿੱਚ ਸਰੀਰ ਛੱਡ ਕੇ ਸੱਚਖੰਡ ਪਰਲੋਕ ਗਮਨ ਕਰ ਗਈ। ਇਹ ਭਗਤਾਂ ਦੀ ਕਥਾ ਹੈ। ਇਸੇ ਵਾਰ ਕਰਕੇ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਸਾਧ ਕੀ ਮਹਿਮਾ ਵੇਦ ਨਾ ਜਾਣਦਾ ਹੈ। ਵੇਦ ਕਿਉਂ ਨਹੀਂ ਜਾਣਦੇ ਸਾਧ ਦੀ ਮਹਿਮਾ? ਦੱਸੋ ਭਲਾ, ਨਹੀਂ ਤਾਂ ਮੈਥੋਂ ਪੁੱਛੋ। ਵੇਦਾਂ ਦੇ ਵਿੱਚ ਕਰਮ ਕਾਂਡ ਲਿਖਿਆ ਹੋਇਆ ਹੈ। ਇੱਕ ਰਜੋ ਗੁਣ, ਇੱਕ ਤਮੋ ਗੁਣ, ਇੱਕ ਸਤੋ ਗੁਣ, ਤਿੰਨਾਂ ਗੁਣਾਂ ਦੀ ਕਥਾ ਹੈ। ਚੌਥਾ ਗੁਣ ਬ੍ਰਹਮਾ ਜੀ ਦੇ ਕੋਲ ਹੈ ਹੀ ਨਹੀਂ ਸੀਗਾ। ਤੁਸੀਂ ਦੱਸੋ, ਬ੍ਰਹਮਾ ਜੀ ਦੇ ਕੋਲ ਖੁਦ ਆਪ ਚੌਥਾ ਗੁਣ ਨਹੀਂ ਹੈ। ਤੁਰਿਆ ਪਦ ਜਿਹਨੂੰ ਕਹਿੰਦੇ ਨੇ, ਉਹਨੇ ਕਥਾ ਕੀ ਲਿਖਣੀ ਸੀਗੀ? ਜਿਹੜੇ ਸੰਤ ਨੇ, ਭਗਤ ਨੇ, ਬ੍ਰਹਮ ਗਿਆਨੀ ਨੇ, ਉਹ ਤਿੰਨਾਂ ਗੁਣਾਂ ਤੋਂ ਉੱਪਰ ਵਰਤਦੇ ਨੇ। ਅਰਜਨ ਨੂੰ ਗੀਤਾ ਦੇ ਵਿੱਚ ਉਪਦੇਸ਼ ਦਿੰਦੇ ਆ, ਭਗਵਾਨ ਕ੍ਰਿਸ਼ਨ ਜੀ ਨੇ ਲਿਖਿਆ, ਕਹਿੰਦੇ ਤ੍ਰਿਗੁਣ ਵਿਸ਼ਿਆ ਵੇਦ ਚਤੁਰਥ ਗੁਣੋ ਪਵਾਰਜਨ। ਵੇਦ ਤਿੰਨ ਗੁਣਾਂ ਨੂੰ ਵਿਸ਼ਿਆ ਕਰਦੇ ਨੇ। ਜਿਹੜਾ ਚੌਥਾ ਪਦ ਹੈ, ਇਹ ਵਾਹਿਗੁਰੂ ਦੇ ਭਗਤ ਜਨਾਂ ਨੂੰ, ਸੰਤਾਂ ਮਹਾਤਮਾ ਨੂੰ ਪ੍ਰਾਪਤ ਹੈ। ਹੋਰ ਕਿਸੇ ਨੂੰ ਕੁਛ ਨਹੀਂ ਪਤਾ। ਇਸ ਲਈ ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਣੀ। ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਬ੍ਰਹਮ ਗਿਆਨੀ ਦੀ ਸ਼ੋਭਾ ਬ੍ਰਹਮ ਗਿਆਨੀ ਨੂੰ ਹੀ ਬਣਾਉਂਦੀ ਹੈ, ਕਿਉਂਕਿ ਉਹ ਸਾਰਿਆਂ ਦਾ ਮਾਲਕ ਜੂ ਹੋ ਗਿਆ। ਉਹਦੀ ਕਥਾ ਨੂੰ, ਉਹਦੀ ਅਵਸਥਾ ਨੂੰ ਤਾਂ ਉਹੀ ਜਾਣ ਸਕਦਾ ਜਿਹੜਾ ਉਹਦੇ ਬਰਾਬਰ ਪਹੁੰਚਿਆ ਹੋਵੇ, ਤੇ ਬਰਾਬਰ ਕੋਈ ਪਹੁੰਚ ਨਹੀਂ ਸਕਦਾ, ਕਿਉਂਕਿ ਪਰਮਾਤਮਾ ਦੇ ਵਿੱਚ ਉਹ ਰੱਬ ਦੇ ਪਿਆਰੇ ਅਭੇਦ ਹੋ ਜਾਂਦੇ ਨੇ। ਇਸ ਲਈ ਬ੍ਰਹਮਾ ਵੀ ਵੇਦਾਂ ਦੇ ਵਿੱਚ ਸੰਤਾਂ ਦੀ ਕਥਾ ਲਿਖਣ ਤੋਂ ਅਸਮਰੱਥ ਰਿਹਾ। ਜੇ ਮਾੜਾ ਮੋਟਾ ਗਿਆਨ ਲਿਖਿਆ ਤੇ ਉਹ ਸੁੱਕਾ ਗਿਆਨ ਲਿਖਿਆ, ਭਗਤੀ ਤੋਂ ਹੋਣਾ ਲਿਖਿਆ ਹੈ। ਸੋ ਇੰਜ ਬ੍ਰਹਮ ਗਿਆਨੀਆਂ ਦੀ ਕਥਾ ਬੜੀ ਨਿਰਾਲੀ ਹੈ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਘੇਰੀ। ਵੇਖੋ ਮਾਰਗ ਚੱਲਣਾ। ਵੇਖੋ ਜਿਹੜਾ ਗੌਤਮ ਸੀ, ਗੌਤਮ ਰਿਸ਼ੀ, ਜਿਹਦੀ ਘਰ ਵਾਲੀ ਅਹਲਿਆ ਸੀ, ਜਦ ਇੰਦਰ ਨੇ ਗਲਤੀ ਕੀਤੀ ਉਹਦੇ ਕੋਲ ਆ ਕੇ
ਤੇ ਫਿਰ ਉਹਨੇ ਪਹਿਲਾਂ ਸ਼ਰਾਬ ਦੇ ਦਿੱਤਾ। ਫਿਰ ਉਹਨੇ ਜਦ ਬੇਨਤੀ ਕੀਤੀ, ਉਹਦੀ ਬੇਨਤੀ ਕਰਨ ਤੋਂ ਗੌਤਮ ਨੇ ਜੋਗੀ ਪਲਟਾਤਾ। ਕੋਈ ਇਹੋ ਜਿਹਾ ਸੰਤ ਵੇਖਿਆ ਤੁਸੀਂ ਜਿਹੜਾ ਰੱਬ ਦੀ ਮਰਿਆਦਾ ਨੂੰ ਤੋੜ ਸਕਦਾ ਹੋਵੇ? ਪਰਮਾਤਮਾ ਵੀ ਇੰਨਾ ਬੇਅੰਤ ਹੈ ਕਿ ਭਗਤਾਂ ਦਾ ਕਹਿਣਾ ਨਹੀਂ ਮੋੜਦਾ। ਏਡੇ ਏਡੇ ਵੱਡੇ ਮਹਾਤਮਾ ਵੀ ਹੋਏ ਨੇ, ਪਰਮਾਤਮਾ ਦੀ ਕੁਦਰਤ ਨੂੰ ਬਣਾਏ ਨਿਯਮ ਨੂੰ ਨਾ ਤੋੜਤਾ। ਤ੍ਰੇਤਾ ਬਾਅਦ ਵਿੱਚ ਆਉਣਾ ਸੀ, ਦੁਆਪਰ ਪਹਿਲਾਂ ਆਉਣਾ ਸੀਗਾ। ਗੌਤਮ ਕਹਿੰਦਾ ਕਿ ਹੁਣ ਤ੍ਰੇਤਾ ਪਹਿਲਾਂ ਆਊਗਾ, ਰਾਮ ਦਾ ਅਵਤਾਰ, ਤੇ ਦੁਆਪਰ ਬਾਅਦ ਵਿੱਚ ਕ੍ਰਿਸ਼ਨ ਦਾ ਅਵਤਾਰ ਬਾਅਦ ਵਿੱਚ ਆਊਗਾ। ਰਾਮ ਨੇ ਜੋ ਬਖਸ਼ਣਾ ਸੀ, ਇਉਂ ਯੁੱਗ ਪਲਟਾਤਾ। ਅਗਸਤ ਮੁਨੀ ਨੇ ਵੇਖੋ 2.5 ਚੁਲੀਆਂ ਜੀ ਸਮੁੰਦਰ ਪੀ ਲਿਆ। ਕਦੀ ਸੁਣਿਆ ਤੁਸਾਂ ਨੇ ਇਹੋ ਜਿਹਾ ਸੰਤ? ਕੋਈ ਦੁਨੀਆ ਦੇ ਵਿੱਚ ਹੋਇਆ ਜਿਹੜਾ 2.5 ਚੁਲੀਆਂ ਸਮੁੰਦਰ ਪੀ ਜਾਏ? ਇਹ ਸਾਖੀਆਂ ਭਾਵੇਂ ਪੁਰਾਣਕ ਹਨ, ਪਰ ਹੈ ਤਾਂ ਲਿਖੀਆਂ ਹੋਈਆਂ, ਕੁਛ ਨਾ ਕੁਛ ਤਾਂ ਸੱਚ ਹੈ। ਹਨੂਮਾਨ ਵੇਖੋ, ਇਹਦੀ ਕਥਾ ਵੇਦਾਂ ਨੇ ਕੀ ਲਿਖ ਦੇਣੀ ਭਲਾ? ਉਹ ਖੁਦ ਭਗਵਾਨ ਦਾ ਅਵਤਾਰ ਰਾਮ ਸਮੁੰਦਰ ਤੇ ਪੁਲ ਬਣਾ ਕੇ ਪਾਰ ਲੰਘਿਆ, ਪੱਥਰਾਂ ਦਾ ਪੁਲ। ਤੇ ਉਹਦਾ ਚੇਲਾ ਜਿਹੜਾ ਹਨੂਮਾਨ, ਇੱਕ ਬਾਂਦਰ ਜਾਤ, ਸਿਰਫ ਉਹਨੇ ਰਾਮ ਦਾ ਨਾਮ ਜਪਿਆ, ਸਾਧ ਬਿਰਤੀ ਸੀਗੀ, ਭੋਲਾ ਪੰਛੀ, ਉਹ ਵੇਖੋ ਬਿਨਾਂ ਹੀ ਪੁਲ ਤੋਂ ਉਡਾਰੀ ਮਾਰ ਕੇ ਲੰਘ ਗਿਆ। ਹੁਣ ਤੁਸੀਂ ਦੱਸੋ, ਕੋਈ ਕਥਾ ਲਿਖ ਸਕਦਾ? ਉਧਰ ਲక్ష్మణ ਮੂਰਛਿਤ ਹੋਇਆ ਪਿਆ ਹੈ, ਰਾਮ ਵਿਚਾਰਾ ਰੋ ਰਿਹਾ, ਕਹਿੰਦਾ ਮੇਰੇ ਵੱਸੋਂ ਬਾਹਰ ਹੈ। ਤੇ ਹਨੂਮਾਨ ਵੇਖੋ ਸੰਜੀਵਨੀ ਬੂਟੀ ਲਿਆ ਕੇ ਭਗਵਾਨ ਨੂੰ ਦੇ ਰਿਹਾ, ਸੀਤਾ ਦੀ ਖਬਰ ਲਿਆ ਕੇ ਦੇ ਰਿਹਾ। ਇਹ ਕੋਈ ਕਥਾ ਸੰਤਾਂ ਦੀ, ਕੋਈ ਭਗਤਾਂ ਦੀ, ਰੱਬ ਦੇ ਪਿਆਰਿਆਂ ਦੀ ਕਰ ਸਕਦਾ? ਬਿਲਕੁਲ ਨਹੀਂ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ। ਭਗਤ ਜੱਲਣ ਜੱਟ ਜੀ ਸਾਧ ਹੋਏ ਨੇ, ਜਿਨ੍ਹਾਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਦਰਸ਼ਨ ਬਖਸ਼ੇ ਸਨ। ਔਰ ਉਹਨਾਂ ਸਵਾਲ ਕੀਤਾ ਸੀ, ਜਦ ਮਹਾਰਾਜ ਨੇ ਉੱਤਰ ਦਿੱਤਾ ਕਿ ਪੁੱਤਰ ਨਿਸ਼ਾਨ, ਦੌਲਤ ਗੁਜ਼ਰਾਨ ਤੇ ਇਸਤਰੀ ਈਮਾਨ। ਉਹਨੇ ਪੁੱਛਿਆ ਸੀ ਵੀ ਆਪਣਾ ਗ੍ਰਸਤੀ ਕੀ ਤੇ ਫਕੀਰੀ ਕੀ? ਇੰਜ ਪੈਸੇ ਦੇ ਤਰਕ ਕੀਤੀ, ਗ੍ਰਸਤਪੁਣੇ ਦੇ ਕੀਤੀ, ਧੀਆਂ ਪੁੱਤਰਾਂ ਦੇ ਕੀਤੀ। ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਚੜ੍ਹਦੀ ਕਲਾ ਵਾਲੇ ਸਨ। ਮਹਾਰਾਜ ਦੇ ਸੁੱਖ ਨਾਲ 5-6 ਬੱਚੇ। ਗ੍ਰਸਤਨ ਮੈਂ ਤੂੰ ਵੱਡੋ ਗ੍ਰਸਤੀ, ਜੋਗਣ ਮੈਂ ਜੋਗੀ, ਤੋ ਰਾਜਨ ਮੈਂ ਤੂੰ ਰਾਜਾ ਕਹੀਏ, ਭੋਗਣ ਮੈਂ ਭੋਗੀ। ਇਉਂ ਮਹਾਰਾਜ ਸੱਚੇ ਪਾਤਸ਼ਾਹ ਗ੍ਰਸਤੀਆਂ ਜੋ ਸਭ ਤੋਂ ਵੱਡੇ ਗ੍ਰਸਤੀ ਗੁਰੂ ਹਰਗੋਬਿੰਦ ਸਾਹਿਬ ਹੋਏ ਨੇ, ਜਿਨ੍ਹਾਂ ਪੂਰੀ ਪੂਰੀ ਜ਼ਿੰਮੇਵਾਰੀ ਨਿਭਾਉਂਦਿਆਂ ਹੋਇਆ ਦੇਸ਼ ਤੇ ਕੌਮ ਦੇ ਧਰਮ ਦੀ ਸੇਵਾ ਵੀ ਕੀਤੀ। ਭਗਤ ਜੱਲਣ ਜੀ ਨੇ ਪੁੱਛਿਆ ਵੀ ਤੁਸੀਂ ਕਲਗੀ ਵੀ ਲਾਈ ਹੋਈ ਹੈ, ਰਾਜੇ ਵੀ ਹੋ, ਗ੍ਰਸਤੀ ਵੀ ਹੋ ਤੇ ਸਾਧ ਵੀ ਹੋ, ਪੁੱਤਰ ਵੀ ਹੈ, ਦੌਲਤ ਵੀ ਹੈ ਤੇ ਗੁਰੂ ਵੀ ਹੋ। ਫਿਰ ਮਾਰੇ ਗਿਆ ਪੁੱਤਰ ਨਿਸ਼ਾਨ, ਦੌਲਤ ਗੁਜ਼ਰਾਨ ਤੇ ਇਸਤਰੀ ਇਮਾਨ। ਸਾਡੀ ਘਰ ਵਾਲੀ ਸਾਡਾ ਪਾਸਪੋਰਟ ਹੈ। ਪਾਸਪੋਰਟ ਤੋਂ ਬਗੈਰ ਬੰਦਾ ਕਿਤੇ ਵੀ ਨਹੀਂ ਜਾ ਸਕਦਾ। ਅੱਜ ਕੱਲ੍ਹ ਆਧਾਰ ਕਾਰਡ ਜਿਹਨੂੰ ਕਹਿੰਦੇ ਪਹਿਚਾਣ ਪੱਤਰ। ਸਾਡੀ ਘਰ ਵਾਲੀ ਸਾਡੀ ਗਵਾਹੀ ਦਿੰਦੀ ਹੈ ਵੀ ਇਹ ਬੰਦਾ ਧਰਮੀ ਹੈ। ਉਂਝ ਭਾਵੇਂ ਮਾਫ ਕਰਨਾ, ਔਗਣ ਤਾਂ ਕਿਸੇ 'ਚ ਵੀ ਹੋ ਸਕਦੇ ਨੇ, ਬੇਹੰਗਮ ਦੇ ਵਿੱਚ ਵੀ, ਗ੍ਰਸਤੀ ਵਿੱਚ ਵੀ। ਪਰ ਆਮ ਤੌਰ ਤੇ ਦੁਨੀਆ ਕਿਸੇ ਨੂੰ ਗ੍ਰੰਥੀ ਰੱਖਣਾ ਹੋਵੇ, ਕਹਿੰਦੇ ਜੀ 35 ਸਾਲ ਉਮਰ ਹੋਣੀ ਚਾਹੀਦੀ ਤੇ ਬੰਦਾ ਪਰਿਵਾਰ ਵਾਲਾ ਗ੍ਰਸਤੀ ਹੋਣਾ ਚਾਹੀਦਾ। ਬੰਦਾ ਪੁੱਛੇ ਵੀ ਗ੍ਰਸਤੀ ਚੰਗੇ ਹੁੰਦੇ ਨੇ? ਗ੍ਰਸਤੀ ਗਲਤੀਆਂ ਨਹੀਂ ਕਰਦੇ? ਕਿੰਨੇ ਕੁ ਚੰਗੇ ਨੇ ਦੱਸੋ? ਅਖਬਾਰਾਂ ਭਰੀਆਂ ਪਈਆਂ ਨੇ। ਫਿਰ ਜ਼ਰੂਰੀ ਤੇ ਵੱਡੀ ਉਮਰ ਵਾਲਾ ਬੰਦਾ ਗਲਤੀ ਨਹੀਂ ਕਰੂਗਾ, ਛੋਟਾ ਹੀ ਕਰੂਗਾ? ਇਹਨਾਂ ਸਵਾਲਾਂ ਦਾ ਸਾਡੇ ਸਮਾਜ ਕੋਲ ਕੋਈ ਉੱਤਰ ਨਹੀਂ। 35 ਸਾਲ ਤੋਂ ਉੱਪਰ ਵੀ ਬੰਦਾ ਗਲਤੀ ਕਰ ਸਕਦਾ ਤੇ ਛੋਟਾ ਬੰਦਾ ਵੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਸਿੱਖੀ ਸੇਵਕੀ ਹੈ। ਗੁਰੂ ਸਾਹਿਬ ਵੇਖੋ 5.5 ਸਾਲ ਦੀ ਉਮਰ 'ਚ ਗੁਰਤਾ ਗੱਦੀ ਦੇ ਮਾਲਕ ਬਣੇ ਤੇ ਸਿੱਖ ਵੀ ਤਾਂ ਉਹਨਾਂ ਦੇ ਨੇ। ਭਜੰਗੀ ਸਿੰਘ ਜਿਹੜੇ ਮਹਾਂਪੁਰਖਾਂ ਦੇ ਸੰਗੀ ਹੋਏ, ਉਹ ਚੜ੍ਹਦੀ ਕਲਾ ਵਿੱਚ ਵਿਚਰਦੇ ਨੇ।
ਭਾਵੇਂ ਕੋਈ ਵਿਆਹ ਕਰਾਵੇ ਜਾਂ ਨਾ ਕਰਾਵੇ। ਇਸ ਲਈ ਕਦੀ ਨਾ ਸੋਚੋ ਵੀ ਫਲਾਣਾ ਬੰਦਾ ਹੋਊਗਾ, ਫਲਾਣਾ ਵਿਆਹਿਆ ਨਹੀਂ ਗਾ ਇਹ ਮਾੜਾ ਹੋਊਗਾ, ਜਾਂ ਫਲਾਣੇ ਦੀ ਚਿੱਟੀ ਦਾੜੀ ਹੈ ਇਹ ਬਹੁਤ ਚੰਗਾ ਬੜਾ ਵਧੀਆ ਹੋਊਗਾ, ਤੇ ਇਹ ਭਚੰਗੀ ਨੂੰ ਦਾੜੀ ਨਹੀਂ ਆਈ ਇਹ ਮਾੜਾ ਹੋਊਗਾ। ਐਸੀ ਸੋਚ ਸਾਡੇ ਮਨ ਵਿੱਚੋਂ ਖਤਮ ਹੋਣੀ ਚਾਹੀਦੀ ਹੈ ਤੇ ਬਹੁਤ ਉੱਚੀ ਪੱਧਰ ਦਾ ਸਾਡਾ ਸੋਚ ਵਿਚਾਰ ਹੋਣਾ ਚਾਹੀਦਾ। ਰਹੋ ਵਿਚਾਰ, ਮੇਰਾ ਪ੍ਰਕਰਨ ਇਹ ਨਹੀਂ ਹੈ। ਸੋ ਆਪਾਂ ਸੰਤਾਂ ਭਗਤਾਂ ਦੀ ਅਵਸਥਾ ਬਾਰੇ ਵਿਚਾਰ ਕਰ ਰਹੇ ਸੀ। ਜਿਹੜਾ ਸੰਤ ਹੈ, ਜਿਹੜਾ ਰੱਬ ਦਾ ਭਗਤ ਹੈ, ਉਹ ਭਾਵੇਂ ਗ੍ਰਸਤੀ ਹੈ ਤਾਂ ਵੀ ਪ੍ਰਮਾਣ ਹੈ, ਤੇ ਭਾਵੇਂ ਬੇਹੰਗਮ ਹੈ। ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਇੰਗਲੈਂਡ ਦੇ ਡਾਕਟਰ ਮਹਾਂਪੁਰਖ ਜਦ ਐਡਮਿਟ ਸਨ, ਉਹਨਾਂ ਵੱਲ ਵੇਖ ਕੇ ਹੈਰਾਨ ਰਹਿ ਗਏ, ਆਸ਼ਾਸ਼ ਕਰ ਉੱਠੇ। ਕਹਿੰਦੇ 90 ਸਾਲ ਦਾ ਬੁੱਢਾ ਬੰਦਾ ਔਰ ਉਹਦਾ ਸਰੀਰ ਇੰਨਾ ਸਾਂਭ ਵੀ ਜਿਵੇਂ 5 ਸਾਲ ਦਾ ਬੱਚਾ ਹੋਵੇ। ਇੰਨੇ ਉਹ ਮਹਾਂਪੁਰਖ ਜਤੀ ਸਤੀ ਸੀਗੇ। ਤੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਭਗਤਾਂ ਦੀ ਕਥਾ ਕੋਈ ਨਹੀਂ ਕਰ ਸਕਦਾ, ਜਿਨ੍ਹਾਂ ਦਾ ਨਾਂ ਸੁਣਦਿਆਂ ਸਾਰੀ ਧਰਮ ਰਾਜਾ ਥਰ ਥਰ ਕੰਬਣ ਲੱਗ ਪੈਂਦਾ ਹੈ ਤੇ ਸਿੰਘਾਸਨ ਛੱਡ ਕੇ ਪਰੇ ਹੋ ਜਾਂਦਾ। ਰੇ ਰੇ ਦਰਗਹਿ ਕਹਿ ਨਾ ਕਹੂ, ਆਓ ਬੈਠ ਆਦਰ ਸੁਭ ਦੇਵ। ਐਸੇ ਰੱਬ ਦੇ ਪਿਆਰ ਵਾਲੇ ਹੰਸਾਲੀ ਵਾਲੇ ਮਹਾਂਪੁਰਖ ਵੇਖੋ ਬੇਹੰਗਮ ਸੀਗੇ, ਚੜ੍ਹਦੀ ਕਲਾ ਦੇ ਵਿੱਚ ਵਿਚਰੇ। ਸੋ ਐਸੇ ਜੋ ਰੱਬ ਦੇ ਸੰਤ ਨੇ, ਭਗਤ ਨੇ, ਇਹਨਾਂ ਦੀ ਕਥਾ ਨਿਰਾਲੀ ਹੈ। ਭਗਵੰਤ ਭਗਤ ਕਉ ਭਉ ਕਿਛ ਨਾਹੀ। ਜਿਹੜਾ ਭਗਵੰਤ ਰੱਬ ਦੇ ਪਿਆਰ ਵਾਲਾ, ਉਹਨੂੰ ਕਿਸੇ ਦਾ ਕੋਈ ਡਰ ਨਹੀਂ ਹੈ। ਪੈ ਕਾਹੂ ਕੋ ਦੇਤ ਨੈ ਪੈ ਮਾਨ ਧਿਆਨ, ਕਹੋ ਨਾਨਕ ਸੁਨ ਰੇ ਮਨ ਗਿਆਨੀ ਤਾਏ ਬਖਾਨ। ਆਦਰ ਦੇਵਤ ਜਾਮ, ਯਮਦੂਤ ਵੀ ਉਹਨਾਂ ਨੂੰ ਆਦਰ ਭਾਵ ਸਤਿਕਾਰ ਦਿੰਦੇ ਹਨ। ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ ਸਾਰੇ ਬਾਲ ਬੱਚਿਆਂ ਵਾਲੇ ਹੋਏ, ਸਾਰੇ ਗੁਰੂ ਸਾਹਿਬ ਗ੍ਰਸਤੀ ਹੋਏ, ਪਰ ਉਹਨਾਂ ਨੇ ਸੋ ਤਿਆਗ ਤੇ ਵੈਰਾਗ ਦਾ ਸਰੂਪ ਅਸਲੀ ਦਿਖਾਇਆ। ਇੰਜ ਜਿਹੜੇ ਮਹਾਰਾਜ ਦਾ ਨਾਮ ਜਪਦੇ ਨੇ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੀ ਉਦਾਸਾ। ਘਰ ਦੇ ਵਿੱਚ ਤਿਆਗ ਵਿਰਾਗ ਦੇ ਸਹਿਤ ਰਹਿੰਦੇ ਧਰਮ ਰਾਜਾ ਵੀ ਉਹਨਾਂ ਨੂੰ ਨਮਸਕਾਰ ਕਰ। ਤਾਜ ਗੋਪਾਲ ਆਨੰਜੋ ਕਰਨੀ। ਪ੍ਰਿਥਵੀ ਦੇ ਪਾਲਕ ਪਰਮੇਸ਼ਰ ਦਾ ਨਾਮ ਧਿਆ ਕੇ ਹੋਰ ਜਿਹੜੀ ਦੁਬਿਧਾ ਵਾਲੀ ਕਮਾਈ ਹੈ। ਸੋਈ ਸੋਈ ਬਿਨ ਸਤ ਖਾਮ, ਉਹ ਕਚਿਆਈ ਵਾਲੀ ਹੁੰਦੀ ਹੈ, ਫਿਰ ਉਹ ਨਾਸ਼ ਹੋ ਜਾਣ ਵਾਲੀ ਹੁੰਦੀ ਹੈ, ਜਾਂ ਪਰਮੇਸ਼ਰ ਵੱਲੋਂ ਪਰਦਾ ਪਾਉਣ ਵਾਲੀ ਕੱਚੀ ਭਾਵ ਨਾਸ਼ ਹੋਣ ਵਾਲੀ ਹੁੰਦੀ ਹੈ। ਚਾਰਨ ਕਮਲ ਹਿਰਦੈ ਗਹੁ ਨਾਨਕ। ਇਸ ਲਈ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਹੇ ਭਾਈ, ਉਹ ਪਰਮੇਸ਼ਰ ਦੇ ਚਰਨ ਕਮਲਾਂ ਨੂੰ ਹਿਰਦੇ ਵਿੱਚ ਗ੍ਰਹਿਣ ਕਰੋ। ਸੁਖ ਸਮੂਹ ਬਿਸਰਾਮ, ਤਾਂ ਸਾਰੇ ਸੁੱਖਾਂ ਦੇ ਦਾਤੇ ਬ੍ਰਹਮ ਦੇ ਸਰੂਪ ਦੇ ਵਿੱਚ ਟਿਕਾ ਪਾਵੋਗੇ। ਤੁਹਾਡੀ ਸਥਿਤੀ, ਤੁਹਾਡਾ ਵਿਸ਼ਰਾਮ ਬ੍ਰਹਮ ਦੇ ਸਰੂਪ ਦੇ ਵਿੱਚ ਹੋ ਜਾਏਗਾ। ਸੋ ਮਨ ਦੇ ਟਿਕਾਓ ਦਾ ਨਾਮ ਹੀ ਸਾਧ ਸੰਗਤ ਜੀਓ ਪ੍ਰਭੂ ਦੀ ਪ੍ਰਾਪਤੀ ਹੈ। ਜੇ ਮਨ ਟਿਕ ਗਿਆ ਫੇਰ ਤਾਂ ਗੱਲ ਹੀ ਬਣ ਗਈ। ਇਹ ਮਨ ਹਰ ਜੀ ਧਿਆਏ ਤੋਂ ਇੱਕ ਮਨ ਇੱਕ ਚਿਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨ ਬਛੋ ਤਾਏ। ਸਾਚੀ ਲਿਵੈ ਬਿਨ ਦੇਹ ਨਮਾਣੀ, ਦੇਹ ਨਮਾਣੀ ਲਿਵੈ ਬਾਝੋ, ਕਿਆ ਕਰੇ ਵਿਚਾਰੀਆ। ਸੋ ਸਾਡੀ ਲਿਵ ਛੁਟਕੀ ਲੱਗੀ ਤ੍ਰਿਸ਼ਨਾ, ਲਿਵ ਟੁੱਟੀ ਹੋਈ ਹੈ, ਤ੍ਰਿਸ਼ਨਾ ਲੱਗੀ ਹੋਈ ਹੈ। ਜਿੰਨਾ ਚਿਰ ਬਿਰਤੀ ਦੀ ਲਿਵ ਨਹੀਂ ਲੱਗਦੀ ਉਹਨਾਂ ਚਿਰ ਦੇਹ ਨਮਾਣੀ। ਜਦ ਲਿਵ ਲੱਗ ਗਈ, ਬਿਰਤੀ ਜੁੜ ਗਈ, ਮਨ ਟਿਕਾ ਦੇ ਵਿੱਚ ਆ ਗਿਆ, ਮਰ ਦੇ ਚਰਨ ਕਮਲ ਫੜੇ ਗਏ ਤਾਂ ਬੇੜਾ ਪਾਰ ਹੋ ਗਿਆ। ਸੋ ਇਸ ਲਈ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਪਾਰ ਉਤਾਰਨ ਹਾਰ। ਭੁੱਲਾਂ ਚੁੱਕਾ ਖਿਮਾ ਕਰਨੀਆਂ ਜੀ।
ਅੱਗੇ ਤੋਂ ਸਮਤ ਬਖਸ਼ਣੇ। ਇੱਥੇ ਪੰਜਵੇਂ ਪਾਤਸ਼ਾਹ ਦੇ ਸ਼ਬਦ ਸੰਪੂਰਨ ਹੋਏ ਨੇ। ਕੱਲ ਨਵੇਂ ਪਾਤਸ਼ਾਹ ਜੀ ਦੀ ਬਾਣੀ ਪ੍ਰਾਰੰਭ ਹੋਵੇਗੀ। ਤਾਜ ਗੋਪਾਲ ਆਨ ਜੋ ਕਰਨੀ, ਸੋਈ ਸੋਈ ਬਿਨਸਤ ਖਾਮ। ਚਰਨ ਕਮਲ ਗਉ ਨਾਨਕ, ਸੁਖ ਸਮੂਹ ਵਿਸਰਾਮ।